ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਹਰ ਵਰਨ ਜਾਤਿ ਹਰ ਪਾਤ ਨਹਿਨ ਜੇਹ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿ ਜਾਇ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬੰਤਰਣ ਕਹਿਤ ਤਵਾ ਸਰਵਨਾਮ ਕਥਾ ਕਵਨ ਕਰਮ ਨਾਮ ਵਰਨ ਤੁਸਮਾਤ ਕਹਾਂ ਬੁੱਧ ਪ੍ਰਭ ਤੋਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸਾਸਤਰ ਖਾਟ ਪਿੰਗ ਗਰਨ ਚੜ ਜਾਏ ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਏ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਪਦ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਪ੍ਰਤਾਪ ਸਤਿਗੁਰੂ ਹੱਥ ਪਗ ਦੇ ਰਾਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾਲਤਾ ਦਾ ਸਦਕਾ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਰਾਤਰੀ ਦੇ ਸੁੰਦਰ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਗੁਰਮੁਖਾਂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕਰਕੇ ਸਵਾਸਾਂ ਨੂੰ ਸਫਲੇ ਕੀਤਾ ਹੈ। ਕੁਝ ਕੁ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜੀਏ। ਵਿਚਾਰ ਪ੍ਰਾਰੰਭ ਕਰੀਏ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਕੁਝ ਕਹਿਣ ਦੀ ਆਗਿਆ ਬਖਸ਼ੋ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਰਾਗੀ ਸਿੰਘ ਸਰਵਣ ਕਰਵਾ ਰਹੇ ਸਨ। ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ। ਵਿਚਾਰ ਇਸੇ ਪਾਸੇ ਨੂੰ ਚੱਲ ਪਈ ਹੈ ਕਿਉਂਕਿ ਰਾਗੀ ਸਿੰਘ ਸੁਣਾ ਕੇ ਗਏ ਨੇ ਸੰਤਾਂ ਦਾ ਸਾਧ ਸੰਗਤ ਬੜਾ ਤਵਾ ਲੱਗਦਾ ਅੱਜ ਕੱਲ ਕਿਉਂਕਿ ਵਿਦਵਾਨ ਨਵੇਂ ਨਵੇਂ ਉੱਠ ਪਏ ਆ ਤੇ ਸਾਰਿਆਂ ਦੀ ਵਿਦਿਆ ਦਾ ਸਾਧ ਸੰਗਤ ਤਰੀਕਾ ਵੀ ਆਪੋ ਆਪਣਾ ਹਾਸਲ ਕਰਨ ਦਾ ਤੇ ਉਹਨੂੰ ਵਰਣਨ ਕਰਨ ਦਾ ਵੀ ਆਪੋ ਆਪਣਾ ਤਰੀਕਾ ਹੈ। ਪਹਿਲਾਂ ਤੇ ਆਪਾਂ ਇਹ ਵਿਚਾਰ ਕਰੀਏ ਵੀ ਸੰਤ ਹੈ ਕਿਹੜਾ ਦੁਨੀਆ ਉੱਤੇ ਕਿਉਂਕਿ ਇੱਥੋਂ ਆ ਕੇ ਬਹੁਤਾ ਭੁਲੇਖਾ ਆਪਾਂ ਨੂੰ ਲੱਗ ਜਾਂਦਾ। ਸੰਤ ਸਾਧ ਸੰਗਤ ਕਦੀ ਲੰਮਾ ਚੋਲਾ ਪਾਇਆ ਬੰਦਾ ਨਹੀਂ ਬਣ ਜਾਂਦਾ। 10-20 ਬੰਦੇ ਨਾਲ ਲੈ ਲਏ ਸੋਹਣੀ ਗੱਡੀ ਤੇ ਚੜ ਜਾਏ ਤੇ ਉਹਦਾ ਨਾਮ ਸੰਤ ਨਹੀਂ ਬਣ ਜਾਂਦਾ। ਸੰਤ ਦੀ ਪਰਿਭਾਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਿੱਤੀ। ਮਹਾਰਾਜ ਸਾਨੂੰ ਤਾਂ ਪਤਾ ਨਹੀਂ ਲੱਗਦਾ ਸੰਤ ਕੌਣ ਹੈ। ਇੰਨੀ ਬੁੱਧ ਸਾਡੀ ਕੰਮ ਨਹੀਂ ਕਰਦੀ। ਤੁਸੀਂ ਕਿਰਪਾ ਕਰਕੇ ਦੱਸੋ ਕਿਉਂਕਿ ਤੁਸੀਂ ਸੰਤਾਂ ਦੀ ਬੇਅੰਤ ਵਡਿਆਈ ਗੁਰਬਾਣੀ ਵਿੱਚ ਕੀਤੀ। ਮਹਾਰਾਜ ਐਸੇ ਸੰਤਾਂ ਦੀ ਸੰਗਤ ਕਰਨ ਦਾ ਤੁਹਾਡਾ ਹੁਕਮ ਹੈ
पर पहला संत की तो पछाण आवे, संत है किहड़ा, संत का पता लगे, फिर उसकी संगत करिए। सतगुरु श्री गुरु अर्जन देव सच्चे पातशाह जी ने साध संगत संतां दीआं कुछ निशानियां गुरबाणी विच दसियां ने। सहस्कृति के श्लोकां विच उन्हां ने कथन कीता, ਉਹ ਕਹਿੰਦੇ 6 निशानियां ਤੁਹਾਨੂੰ पूर्ण पुरखां दीआं संतां दीआं साधुआं दीआं दसदे आ। जे तां गुरमुखो ਇਹ 6 ਦੀਆਂ 6 ਕਿਸੇ ਉੱਤੇ ਪੂਰੇ ਰੂਪ ਵਿੱਚ ਢੁਕਦੀਆਂ ਹੁਣ, ਫਿਰ ਤਾਂ ਸੰਤ ਹੈ, ਕਿਸੇ ਤਰ੍ਹਾਂ ਦਾ ਲੇਸ਼ ਮਾਤਰ ਉਹਦੇ ਤੇ ਸ਼ੰਕਾ ਨਹੀਂ ਕਰਨਾ। ਉਹਦੀ ਸੰਗਤ ਕਰਨ ਤੋਂ ਪਾਪ ਕੱਟੇ ਜਾਣਗੇ, ਮਨ ਨਿਰਮਲ ਹੋਵੇਗਾ। ਇਸ ਗੱਲ ਦੀ ਗਰੰਟੀ ਹਜੂਰ ਕਹਿੰਦੇ ਅਸੀਂ ਦੇ ਦਿੰਨੇ ਆ। ਤੇ ਜੇ ਇਹ 6 ਨਿਸ਼ਾਨੀਆਂ ਕਿਸੇ ਪੁਰਖ ਦੇ ਉੱਤੇ ਢੁਕਦੀਆਂ ਨਹੀਂ ਤੇ ਨਾਂ ਦੇ ਨਾਲ ਭਾਵੇਂ ਸੰਤ ਲਾਈ ਫਿਰੇ, ਭਾਵੇਂ 108, ਭਾਵੇਂ ਕੁਝ, ਫਿਰ ਸਾਧ ਸੰਗਤ ਤੋਂ ਸੰਤ ਨਹੀਂ ਹੈ। ਪਹਿਲਾਂ ਤਾਂ ਆਪਾਂ ਇਹ ਵਿਚਾਰ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹੁਕਮ ਤੇ ਉਪਦੇਸ਼ ਅਨੁਸਾਰ ਇਸ ਵੇਲੇ ਸਾਧ ਸੰਗਤ ਸੰਤ ਕੌਣ ਹੈ? ਕਿਉਂਕਿ ਸੰਤ ਦੀ ਸੰਗਤ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਰਾਗੀ ਸਿੰਘ ਸੁਣਾ ਕੇ ਗਏ, ਭਾਈ ਸੰਤ ਦੀ ਨਿੰਦਿਆ ਨਹੀਂ ਕਰਨੀ। ਨਿੰਦਿਆ ਭਲੀ ਕਿਸੇ ਕੀ ਨਾ ਹੀ ਮਾਨਮੁਖ ਮੁਕਤ ਕਰਾਨੋ ਕਹਿ ਕੇ ਗਏ ਹੁਣੇ। ਕਹਿੰਦੇ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ, ਪਰ ਜਿਹੜਾ ਸੰਤ ਦੇ ਨਾਂ ਨੂੰ ਸਾਧ ਸੰਗਤ ਦਾਗ ਲਾਉਣ ਵਾਲਾ ਹੈ, ਜੇ ਉਹਦੀ ਗੱਲ ਕਰ ਲਈ ਜਾਏ ਤੇ ਮੈਂ ਸਮਝਦਾ ਉਹ ਨਿੰਦਿਆ ਨਹੀਂ ਹੈ। ਸ਼ਰਾਬੀ ਨੂੰ ਸ਼ਰਾਬੀ ਕਹਿ ਦੇਣਾ ਸਾਧ ਸੰਗਤ ਨਿੰਦਿਆ ਨਹੀਂ ਹੁੰਦੀ। ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨਹੀਂ। ਹਾਂ, ਸਾਧ ਨੂੰ ਚੋਰ ਆਖੀਏ ਉਹ ਜ਼ਰੂਰ ਨਿੰਦਿਆ। ਹਜ਼ੂਰ ਦਾ ਫਰਮਾਨ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਪਹਿਲਾਂ ਆਪਾਂ ਇਹ ਵਿਚਾਰ ਕਰਨੀ ਸੰਤ ਕੌਣ ਹੈ ਦੁਨੀਆ ਤੇ, ਕਿਉਂਕਿ ਬਹੁਤ ਸੰਤਾਂ ਨਾਲ ਸਾਡਾ ਵਾਹ ਪੈਂਦਾ। ਰੋਜ਼ ਆਪਾਂ ਨੂੰ ਕਈ ਸੰਤ ਮਿਲਦੇ ਆ। ਵੇਖ ਲੈਣਾ ਆਪਾਂ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕੌਣ ਸੰਤ ਹੈ, ਆਪੇ ਹੀ ਪਤਾ ਲੱਗ ਜਾਵੇਗਾ। ਤੇ ਜਿਹੜਾ ਮਹਾਰਾਜ ਦੇ ਬਚਨਾਂ ਅਨੁਸਾਰ ਸੰਤ ਹੈ, ਸਾਧ ਸੰਗਤ ਉਹਦੀ ਸੰਗਤ ਕੀਤਿਆਂ ਵੀ ਭਲਾ, ਉਹਦੇ ਬਚਨ ਸੁਣਿਆ ਵੀ ਭਲਾ, ਉਹਦੇ ਸਾਧ ਸੰਗਤ ਦਰਸ਼ਨ ਕੀਤਿਆਂ ਵੀ ਭਲਾ। ਮਹਾਰਾਜ ਕਹਿੰਦੇ ਨੇ ਸੁਣੋ ਸੰਤ ਦੀ ਪਹਿਲੀ ਨਿਸ਼ਾਨੀ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਕਹਿੰਦੇ ਜਿਹਦੀ ਰਸਨਾ ਉੱਤੇ ਸਿਰਫ ਪ੍ਰਮਾਤਮਾ ਦਾ ਨਾਮ ਹੋਵੇ ਤੇ ਹੋਵੇ ਹਰ ਵੇਲੇ, ਕਦੇ ਕਦੇ ਨਹੀਂ। ਕੋਈ ਅੰਮ੍ਰਿਤ ਵੇਲੇ 1 ਘੰਟਾ ਆ ਗਿਆ ਤੇ ਮੁੜ ਕੇ ਸਾਰਾ ਦਿਨ ਦੁਨਿਆਵੀ ਧੰਦਿਆਂ 'ਚ ਫਸਿਆ ਰਿਹਾ ਤੇ ਉਹ ਆਖੇ ਮੈਂ ਸੰਤ ਹੈ, ਨਹੀਂ। ਮਹਾਰਾਜ ਕਹਿੰਦੇ ਨੇ ਜਾਸ ਜਪਤ ਹਰ ਹੋਵੇ ਸਾਧ। ਮਹਾਰਾਜ ਕਹਿੰਦੇ ਜਿਹੜਾ ਹਰੀ ਪਰਮਾਤਮਾ ਨੂੰ ਹਰ ਵੇਲੇ ਜਪਣ ਵਾਲਾ ਨਾ, ਉਹਦਾ ਨਾਮ ਹੈ ਸਾਧੂ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਕਹਿੰਦੇ ਜਿਹਦੇ ਧਿਆਨ ਵਿੱਚ ਪਰਿਪੂਰਨ ਪ੍ਰਮਾਤਮਾ ਹਰ ਵੇਲੇ ਵਸਿਆ ਰਹਿੰਦਾ ਤੇ ਜਿਹਦੀ ਜ਼ੁਬਾਨ ਉੱਤੇ ਉਸ ਪ੍ਰਮਾਤਮਾ ਦਾ 24 ਘੰਟੇ ਨਾਮ ਰਹਿੰਦਾ, ਇਹ ਉਹਦੀ ਪਹਿਲੀ ਨਿਸ਼ਾਨੀ ਹੈ। ਵੇਖ ਲੈਣਾ ਭਾਈ ਕਿਹਦੀ ਰਸਨਾ ਉੱਤੇ ਭਲਾ ਨਾਮ ਰਹਿੰਦਾ। ਫਿਰ ਮੈਂ 1-2 ਸੰਤਾਂ ਦੀ ਬਾਤ ਤੁਹਾਡੇ ਨਾਲ ਬਚਨ ਸਾਂਝੇ ਕਰਦਾ ਕਿਉਂਕਿ ਪਤਾ ਲੱਗ ਜਾਵੇ। ਇਹ ਪਹਿਲੀ ਨਿਸ਼ਾਨੀ। ਦੂਸਰੀ ਮਹਾਰਾਜ ਨੇ ਆਖਿਆ ਗਿਆਨੰ ਸਮ ਦੁਖ ਸੁਖੰ ਨਿਰਮਲ ਜੁਗਤ ਨਿਰਵੈਰਣ। ਕਹਿੰਦੇ ਪਹਿਲੀ ਤਾਂ ਨਿਸ਼ਾਨੀ ਇਹ ਸੀ ਵੀ ਸੰਤ ਦੀ ਰਸਨਾ ਤੇ ਪ੍ਰਮਾਤਮਾ ਦਾ ਨਾਮ ਹੋਵੇ ਤਾਂ ਹਰੇਕ ਵੇਲੇ ਨਾਮ ਰਵੇ ਤੇ ਪਰਿਪੂਰਨ ਪ੍ਰਮਾਤਮਾ ਨਾਲ ਉਹਦੀ ਧਿਆਨ, ਉਹਦੀ ਸੁਰਤੀ ਜੁੜੀ ਹੋਵੇ। ਜਿੱਦਾਂ ਸਾਨੂੰ ਯਤਨ ਕਰਕੇ ਸਾਧ ਸੰਗਤ ਸੁਰਤ ਪ੍ਰਮਾਤਮਾ ਨਾਲ ਜੋੜਨੀ ਪੈਂਦੀ ਹੈ, ਸੰਤ ਦੀ ਨਿਸ਼ਾਨੀ ਉਹਨੂੰ ਯਤਨ ਕਰਕੇ ਥੱਲੇ ਲਿਆਉਣੀ ਪੈਂਦੀ ਹੈ। ਉਹ ਜ਼ੋਰ ਲਾ ਕੇ ਆਪਣੀ ਸੁਰਤ ਨੂੰ ਦੁਨੀਆ ਵਿੱਚ ਟਿਕਾ ਕੇ ਸਾਡੀ ਗੱਲ ਸੁਣਦਾ, ਫਿਰ ਉਹਦਾ ਜਵਾਬ ਦਿੰਦਾ ਤੇ ਧਿਆਨ ਫਿਰ ਉੱਥੇ ਟਿਕ ਜਾਂਦਾ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ ਦਇਆ ਸੋ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਕਹਿੰਦੇ ਨੇ ਦੂਸਰੀ ਨਿਸ਼ਾਨੀ ਉਹਦੀ ਇਹ ਭਾਈ ਸੁੱਖ ਤੇ ਦੁੱਖ ਵਿੱਚ ਜਿਹਦੀ ਬਿਰਤੀ ਇੱਕ ਸਮਾਨ ਰਹੇ। ਸੁੱਖ ਵਿੱਚ ਸਾਧ ਸੰਗਤ ਬਹੁਤਾ ਜ਼ਿਆਦਾ ਉਹ ਫੁੱਲਿਆ ਨਾ ਫਿਰੇ ਤੇ ਦੁੱਖ ਵੇਖ ਕੇ ਘਬਰਾ ਨਾ ਜਾਵੇ। ਕਹਿੰਦੇ ਇਹ ਸੰਤ ਦੀ ਦੂਸਰੀ ਨਿਸ਼ਾਨੀ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ। ਜੁਗਤ ਹੁੰਦਾ ਨਾਮ ਜੁੜਨ ਦਾ। ਕਹਿੰਦੇ ਉਸ ਨਿਰਮਲ ਤੇ ਨਿਰਵੈਰ ਪ੍ਰਮਾਤਮਾ ਨਾਲ ਜੁੜਨ ਦੀ, ਜਿਹਨੂੰ ਆਪ ਨੂੰ ਜੁਗਤੀ ਆਉਂਦੀ ਹੈ ਤੇ ਕੋਲ ਆਉਣ ਵਾਲੇ ਨੂੰ ਜਿਹੜਾ ਪ੍ਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸ ਦੇਵੇ ਨਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਇਹ ਜਾਣ ਲਓ ਦੀ ਦੂਜੀ ਨਿਸ਼ਾਨੀ। ਇਸੇ ਹੀ ਪੰਕਤੀ ਦੀ ਵਿਆਖਿਆ, ਜਿਹਨੂੰ ਵੇਖਿਆ ਹੀ ਰੱਬ ਚੇਤੇ ਆ ਜਾਵੇ ਸਾਧ ਸੰਗਤ ਕਹਿੰਦੇ ਉਹ ਸੰਤ ਦੀ ਦੂਸਰੀ ਨਿਸ਼ਾਨੀ ਹੈ। ਜਿਹੜਾ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖੇ। ਤੇ ਤੀਸਰਾ ਉਹਨਾਂ ਨੇ ਵਚਨ ਕੀਤਾ ਦਇਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਇੱਕ ਤੇ ਸਾਰੇ ਜੀਵਾਂ ਤੇ ਕੀ ਸੂਖਮ ਕੀ ਸਥੂਲ ਉਹ ਦਇਆ ਕਰਨ ਵਾਲਾ ਹੋਵੇ, ਉਹਦਾ ਹਿਰਦਾ ਤਰਸ ਨਾਲ ਭਰਿਆ ਹੋਇਆ ਹੋਵੇ, ਕਿਸੇ ਉੱਤੇ ਜ਼ੁਲਮ ਕਦੀ ਨਾ ਕਰੇ, ਸਾਰੇ ਜੀਵਾਂ ਤੇ ਤਰਸ ਤੇ ਦਇਆ ਦੀ ਭਾਵਨਾ ਰੱਖਣ ਵਾਲਾ ਹੋਵੇ। ਤੇ
ਨਾਲ ਦੀ ਨਾਲ ਉਹਨੇ ਪੰਜਾਂ ਵਿਕਾਰਾਂ ਉੱਤੇ ਕਾਬੂ ਪਾਇਆ। ਦਇਆਲੰ ਸਰਬਤਰ ਜੀਆ ਪੰਚ ਦੋਖ ਵਿਵਰਜਿਤ, ਕਹਿੰਦੇ ਨੇ ਵਰਜ ਕੇ ਰੱਖੇ ਹੋਏ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਨੇੜੇ ਨਾ ਕਰੀ ਆਉਣ। ਇਹ ਉਹਦੀ ਤੀਸਰੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਨੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਹੈ ਕਲੀ ਰੇ। ਕਹਿੰਦੇ ਕਿਹੜਾ ਭਾਈ ਇਹੋ ਜਿਹਾ ਸੂਰਮਾ ਬਲੀ ਜਿਹਨੇ ਪੰਜਾਂ ਨੂੰ ਕਲਯੁਗ ਦੇ ਸਮੇਂ ਵਿੱਚ ਵਸ ਕਰ ਲਿਆ ਹੋਵੇ, ਮਾਰ ਲਿਆ ਹੋਵੇ। ਕਹਿੰਦੇ ਜਿਹਨੇ ਮਾਰ ਲਿਆ ਉਹ ਜਾਣ ਲਓ ਪੂਰਾ, ਉਹਦੇ ਤੇ ਸ਼ੱਕ ਕੋਈ ਨਹੀਂ। ਸੰਤ ਦੀ ਤੀਸਰੀ ਨਿਸ਼ਾਨੀ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ। ਕਿਸੇ ਵੀ ਜੀਵ ਨੂੰ ਲਤਾਣਾ ਜਾਣ ਕੇ ਸਾਧ ਸੰਗਤ ਸਤਾਵੇ ਨਾ। ਜਿਵੇਂ ਅੱਜ ਕੱਲ੍ਹ ਬੜੀ ਗੱਲ ਚੱਲਦੀ ਹੈ ਭਾਈ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਇਹ ਸਾਧ ਸੰਗਤ ਇੱਕ ਲੰਮਾ ਤੇ ਵੱਖਰਾ ਵਿਸ਼ਾ ਹੈ। 1 ਮਿੰਟ ਵਾਸਤੇ ਵਿਸ਼ੇ ਤੋਂ ਲਾਂਭੇ ਜਾ ਕੇ ਆਪਾਂ ਮਹਾਰਾਜ ਨੂੰ ਬੇਨਤੀ ਕਰਕੇ ਪੁੱਛੀਏ ਸੱਚੇ ਪਾਤਸ਼ਾਹ ਸਾਨੂੰ ਕੋਈ ਪਤਾ ਨਹੀਂ ਲੱਗਦਾ, ਇੰਨੀ ਪਸੂੜੀ ਪੈ ਗਈ ਆ ਵੀ ਸਮਝ ਹੀ ਨਹੀਂ ਆਉਂਦੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਪੰਥ ਵਿੱਚ 2 ਰਾਇਆਂ ਹਨ ਤੇ ਹਜ਼ੂਰ ਫਰਮਾਨ ਕਰਦੇ ਨੇ ਕਬੀਰ ਜੀ ਜੋ ਮਰ ਹੈ ਜੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦਈ ਜਬ ਕਾੜ ਹੈ ਤਬ ਹੋਏ ਕੋ ਕੌਣ ਹਵਾਲ। ਇੱਕੋ ਹੀ ਪੰਕਤੀ ਤੇ ਆਪਾਂ ਵਿਚਾਰ ਕਰਕੇ ਅੱਗੇ ਤੁਰ ਪਈਏ। ਉਹ ਕਹਿੰਦੇ ਭਾਈ ਆਪਣੇ ਆਪ ਨੂੰ ਬਲ ਵਾਲਾ ਹੋਣ ਕਰਕੇ ਨਤਾਣੇ ਜੀਵ ਨੂੰ ਫੜ ਕੇ ਜਿਹੜਾ ਆਪਣੇ ਸਵਾਦ ਵਾਸਤੇ ਮਾਰ ਦਿੰਦਾ। ਇੱਥੇ ਤੇ ਬਲ ਵਾਲਾ ਤੇ ਇੱਕ ਥਾਂ ਐਸਾ ਆਵੇਗਾ ਜਿੱਥੇ ਇਹ ਨਤਾਣਾ ਹੋਵੇਗਾ। ਇਹਦੇ ਤੋਂ ਬਲ ਵਾਲੇ ਇਹਨੂੰ ਪੁੱਛਣਗੇ ਵੀ ਦੱਸ ਹੁਣ ਤੇਰੇ ਨਾਲ ਕੀ ਵਿਹਾਰ ਕੀਤਾ ਜਾਵੇ, ਕੀ ਸਲੂਕ ਕੀਤਾ ਜਾਵੇ। ਕਹਿੰਦੇ ਉੱਥੇ ਤੈਨੂੰ ਕੌਣ ਬਚਾਵੇਗਾ। ਬਸ ਇੰਨੀ ਗੱਲ ਆਪਾਂ ਵਿਚਾਰ ਕਰਕੇ ਵੇਖ ਲੈਣੀ ਮਾਸ ਖਾਣਾ ਕਿ ਨਹੀਂ ਖਾਣਾ। ਇਹ ਉਵੇਂ ਲੰਮੀ ਵੱਖਰਾ ਵਿਸ਼ਾ ਹੈ। ਪਰ ਕਹਿੰਦੇ ਸੰਤ ਦੀ ਨਿਸ਼ਾਨੀ ਦਇਆਲੰ ਸਰਬਤਰ ਜੀਆ, ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ। ਨਤਾਣਾ ਵੇਖ ਕੇ ਕਿਸੇ ਜੀਵ ਨੂੰ ਮਾਰਦਾ ਨਾ ਹੋਵੇ। ਪੰਜਾਂ ਵਿਕਾਰਾਂ ਤੇ ਉਹਨੇ ਕਾਬੂ ਪਾਇਆ ਹੋਵੇ। ਸਾਧ ਸੰਗਤ ਸੰਤ ਦੀ ਤੀਸਰੀ ਨਿਸ਼ਾਨੀ ਹੈ। ਤੇ ਚੌਥੀ ਨਿਸ਼ਾਨੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਥਨ ਕੀਤੀ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ ਹੈ। ਕਹਿੰਦੇ ਨੇ ਇੱਕ ਤੇ ਪ੍ਰਮਾਤਮਾ ਦੇ ਨਾਮ ਦਾ ਹੀ ਉਹ ਭੋਜਨ ਕਰਦਾ ਹੋਵੇ, ਨਾਮ ਨਾਲ ਉਹਦੀ ਤ੍ਰਿਪਤੀ ਨਾ ਹੁੰਦੀ ਹੋਵੇ, ਰੱਜਦਾ ਹੀ ਨਾ ਹੋਵੇ। ਹਰ ਵੇਲੇ ਸਾਧ ਸੰਗਤ ਜਿਹੜਾ ਨਾਮ ਨਾਲ ਪ੍ਰੀਤੀ ਪਾ ਕੇ ਰੱਖਣ ਵਾਲਾ ਹੈ ਉਹਦੀ ਚੌਥੀ ਨਿਸ਼ਾਨੀ ਭੋਜਨੰ ਗੋਪਾਲ ਕੀਰਤਨੰ। ਜਿਵੇਂ ਸਰੀਰ ਵਾਸਤੇ ਬਾਹਰੀ ਭੋਜਨ ਦੀ ਲੋੜ, ਕਹਿੰਦੇ ਇਵੇਂ ਆਤਮਾ ਵਾਸਤੇ ਜਿਹੜਾ ਪ੍ਰਮਾਤਮਾ ਦਾ ਨਾਮ ਉਹਨੂੰ ਉਹਨੇ ਭੋਜਨ ਹੀ ਬਣਾ ਲਿਆ ਹੋਵੇ ਤੇ ਹਰ ਵੇਲੇ ਉਸ ਭੋਜਨ ਦੇ ਨਾਲ ਸਾਧ ਸੰਗਤ ਉਹ ਆਪਣਾ ਵਾਹ ਵਾਸਤਾ ਪਾ ਕੇ ਰੱਖਦਾ ਹੋਵੇ ਤੇ ਤ੍ਰਿਪਤੀ ਫਿਰ ਵੀ ਨਾ ਹੋਵੇ। ਕਹਿੰਦੇ ਇਹ ਉਸ ਸਾਧੂ ਦੀ ਚੌਥੀ ਨਿਸ਼ਾਨੀ ਹੈ। ਪੰਜਵੀਂ ਨਿਸ਼ਾਨੀ ਕਥਨ ਕੀਤੀ ਹੈ ਉਪਦੇਸੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ। ਕਹਿੰਦੇ ਸਾਧੂ ਦਾ ਇਹ ਸੁਭਾਅ ਹੁੰਦਾ ਮਿੱਤਰ ਨੂੰ ਤੇ ਵੈਰੀ ਨੂੰ ਇੱਕੋ ਜਿਹਾ ਉਪਦੇਸ਼ ਦੇਵੇ। ਭਾਈ ਪ੍ਰਮਾਤਮਾ ਨਾਲ ਜੁੜੋ, ਬਾਣੀ ਪੜਿਆ ਕਰੋ, ਭਾਈ ਸੰਗਤ ਕਰਿਆ ਕਰੋ। ਭਾਵਨਾ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਆਪਣੇ ਸ਼ਰਧਾਲੂਆਂ ਨੂੰ ਦੇਵੇ। ਜਿਹਨੇ ਸਾਧ ਸੰਗਤ 2 4 10 20 ਰੁਪਏ ਰੱਖ ਕੇ ਮੱਥਾ ਟੇਕਿਆ ਉਹਨੂੰ ਵੀ ਉਹੀ ਉਪਦੇਸ਼ ਦੇਵੇ ਤੇ ਜਿਹਨੇ ਨਿੰਦਿਆ ਕੀਤੀ ਜੇ ਉਹ ਕੋਲੇ ਆ ਗਿਆ ਤੇ ਉਹਨੂੰ ਵੀ ਉਹੀ ਉਪਦੇਸ਼ ਦੇਵੇ। ਪੰਜਵੀਂ ਨਿਸ਼ਾਨੀ ਸਾਧੂ ਦੀ ਹੈ। ਵੈਰ ਭਾਵਨਾ ਰੱਖਣ ਵਾਲੇ ਦੇ ਨਾਲ ਸਾਧ ਸੰਗਤ ਸਾਵਾਂ ਵੈਰ ਨਾ ਰੱਖੇ, ਸਾਮੋ ਦੀ ਦ੍ਰਿਸ਼ਟੀ ਹੋਵੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਜਾਣ ਲਓ ਇਹ ਪੰਜਵੀਂ ਨਿਸ਼ਾਨੀ ਤੇ 6ਵੀਂ ਹੈ ਪਰ ਨਿੰਦਾ ਨੇ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣ ਕਹਿ। ਕਹਿੰਦੇ ਆਪਣੇ ਕੰਨਾਂ ਨਾਲ ਪਰਾਈ ਨਿੰਦਿਆ ਕਦੇ ਨਾ ਸੁਣਦਾ ਹੋਵੇ। ਜੇ ਕੋਈ ਕਰਨ ਵੀ ਲੱਗੇ ਤੇ ਉਹਨੂੰ ਮਨਾ ਕਰ ਦੇਵੇ, ਆਖੇ ਭਾਈ ਕੋਈ ਹੋਰ ਗੁਰੂ ਦੇ ਘਰ ਦੀ ਗੱਲ ਸੁਣਾ। ਤੇ ਸਾਰੀ ਸੰਗਤ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਣ ਕੇ ਜਿਹਨੇ ਰਹਿਣਾ ਸਿੱਖ ਲਿਆ ਹੋਵੇ। ਕਹਿੰਦੇ ਇਹ 6ਵੀਂ ਨਿਸ਼ਾਨੀ ਉਸ ਸਾਧੂ ਦੀ ਹੈ ਜਿਹਦੇ ਨਾਮ ਨਾਲ ਸਾਧ ਸੰਗਤ ਸੰਤ ਲੱਗਦਾ। ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਖੱਟ ਲਖਣ ਇਹ 6 ਨਿਸ਼ਾਨੀਆਂ 6 ਲੱਛਣ ਨੇ ਪੂਰਨ ਪੁਰਖਾਂ ਦੇ, ਜਿਹਨੂੰ ਤੁਸੀਂ ਸਾਧੂ ਕਹਿ ਸਕਦੇ ਹੋ, ਸੰਤ ਕਹਿ ਸਕਦੇ ਹੋ। ਜਿਹਦੇ ਉੱਤੇ ਇਹ 6 ਨਿਸ਼ਾਨੀਆਂ ਢੁਕਦੀਆਂ ਉਹਦੀ ਨਿੰਦਿਆ ਕੀਤੀ ਸਾਧ ਸੰਗਤ ਨਰਕ ਦਾ ਦਰਵਾਜ਼ਾ ਖੋਲ ਦੇਵੇਗੀ। ਤੇ ਜਿਹਨੇ ਸਾਧ ਸੰਗਤ ਸੰਤ ਦੇ ਨਾਂ ਨੂੰ ਲੱਜਾ ਲਾਈ ਆਪਣੇ ਨਾਂ ਨਾਲ ਤੇ ਸੰਤ ਲਾ ਲਿਆ ਪਰ ਸੰਤਾਂ ਵਾਲਾ ਲੱਛਣ ਤੇ ਗੁਣ ਕੋਈ ਨਾ ਹੋਵੇ, ਉਹਦੇ ਬਾਰੇ ਤੁਸੀਂ ਆਪ ਵਿਚਾਰ ਕਰ ਲੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਵਚਨ ਤੁਹਾਡੇ ਨਾਲ ਰਾਗੀ ਸਿੰਘ ਸਾਂਝਾ ਕਰਕੇ ਗਏ ਸੰਤਾਂ ਕੋ ਮਤ ਕੋਈ ਨਿੰਦੋ। ਕਿਉਂਕਿ ਸੰਤਾਂ ਦੀ ਸਾਧ ਸੰਗਤ ਗੱਲ ਚੱਲਦਿਆਂ ਨਹੀਂ ਕਈਆਂ ਨੂੰ ਅਲਰਜੀ ਹੋ ਜਾਂਦੀ। ਉਹ ਕਹਿੰਦੇ ਸੰਤ ਲਫ਼ਜ਼ ਤਾਂ ਸਿਰਫ ਗੁਰੂ ਸਾਹਿਬ ਵਾਸਤੇ ਹੀ ਆਇਆ ਬਾਣੀ ਵਿੱਚ, ਹੋਰ ਸੰਤ ਤਾਂ ਸਾਧ ਸੰਗਤ ਗੁਰਸਿੱਖ ਨੂੰ ਮਹਾਰਾਜ ਨੇ ਆਖਿਆ, ਸੰਤ ਤਾਂ ਸਾਧ ਸੰਗਤ ਨੂੰ ਆਖਿਆ, ਸੰਤ ਸੱਚੇ ਪਾਤਸ਼ਾਹ ਜੀ ਨੇ ਰੱਬ ਦੇ ਪਿਆਰਿਆਂ ਭਗਤਾਂ ਨੂੰ ਆਖਿਆ, ਸੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵੀ ਆਖਿਆ। ਅਧਿਕਾਰੀ ਵੇਖ ਕੇ ਮਹਾਰਾਜ ਨੇ ਉਪਦੇਸ਼ ਦਿੱਤਾ, ਜਿੱਦਾਂ ਦਾ ਕੋਈ ਅਧਿਕਾਰੀ ਆ ਉਸੇ ਤਰ੍ਹਾਂ ਦਾ ਉਪਦੇਸ਼ ਸਮੇਂ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਸਾਰਿਆਂ ਨੂੰ ਸੰਤ ਆਖਿਆ।
ऐसे साध संगत संत इत्थे रब दे प्यारे इसे धरती ते थोड़ा समा पहला होए, जिन्हां दे जीवन नूं चेते कीते साध संगत एक रास एक आनंद आ जांदा बंदे। संत बाबा दलीप सिंह जी होए साध संगत डमेली वाले, तुसां बहुत सारे ने सुनिया होवेगा, दर्शन कीते होणगे। मैं एक दो संतां दा जीवन तुहाडे नाल साझा करके अगे चलां। एक बार उन्हां दा अंतला समा आया ते उन्हां ने संतां नूं साध संगत चेते कीता। कुछ संत उन्हां ने बुलाए, जिन्हां विच संत बाबा जवाला सिंह जी हरखोवाल वाले भी सन ते संत भगत सिंह जी मस्त, इस तरह किन्ने ही संत उन्हां दे कोल आए। जदों उन्होंने संतां दा इकट्ठ कीता ते उन्होंने पूछा भी दसो की गल, तुसां सारिआं नूं स्नेह भेज के बुलाया, की कारण है? ते संत दलीप सिंह जी कहण लगे भी मेरा आ गया अंतला समा ते मेरे मन की इच्छा सी भी रब दे प्यारिआं दे एक बारी दर्शन करना रज के। जदों उन्होंने यह गल आखी ते जिहड़े भगत सिंह जी मत सन वो कहण लगे नहीं जी अजे ते तुहाडे जाण दा कोई समा नहीं, तुसां ते बहुत वड्डा कारज आरंभ कीता, उत्थे विद्याला शुरू कीता, तुसां एडा वड्डा सेवा का कुंभ है, इनू बने लाउण तो बिना तुसीं किवें जा सकदे? कहंदे भी साडा समा आ गया, जिनकी चीरी दरगाह पाटी तिन्ना मरना भाई, कहंदे उस परमात्मा का सदा आ गया, हुण ते जाना पवेगा। कहण लगे तां की होया, सदा आ गया ते परमात्मा नूं बेनती कर लैंदे आ। विचार चलण लग पई, कहंदे परमात्मा नूं बेनती कर लईए, भाई थोड़ा समा इन्हां नूं होर रहण दिओ। जदों आपो विच दी चर्चा चलण लग पई ते एक महापुरुषां ने विचों आख्या भी सानूं बोलण दी लोड़ नहीं, संत बाबा जवाला सिंह जी हरखोवाल वाले बैठे, जिद्दां इन्हां दा चित करूए कर लैण। कहंदे जी ठीक आ। उन्होंने आख्या ठीक है भाई जी, तुहाडा इह मता बणिआ कि महाराज नूं बेनती कीती जावे ते इन्हां दे सवास मंग ले जाण परमात्मा कोलों कुछ होर, ते 4-6 साल की बेनती कर लैंदे। ते वो मस्त जी कहने लगे नहीं महापुरुषो, जे बेनती करनी रब नूं ते फिर 4-6 सालां दी की करनी है? एडा वड्डा इन्हां ने सेवा दा प्रारंभ कीता काम ते होवे ना ते आपां वध बेनती कर लईए, कि दसो भाई किन्नी बेनती करनी, फिर कर लईए। कहंदे जी आम करो तुसीं 20 साल की बेनती कर दिओ। ਉਹ ਅਜੇ ਅਰਦਾਸ ਕਰਨ ਲੱਗੇ ਸਨ ਤੇ ਉਹਨੇ ਚਿਰ ਨੂੰ ਬਾਬਾ ਦਲੀਪ ਸਿੰਘ ਨੇ ਆਖਿਆ ਭਾਈ ਮੈਂ ਤੁਹਾਡਾ ਹੁਕਮ ਸਿਰ ਮੱਥੇ ਤੇ ਮੰਨਦਾ, ਭਾਵੇਂ 20 ਸਾਲ ਦੀ ਕਰ ਦਿਓ, ਭਾਵੇਂ 50 ਸਾਲ ਦੀ ਕਰ ਦਿਓ, ਪਰ ਮੇਰੀ ਇੱਕ ਬੇਨਤੀ ਆ, ਜੇ ਉਹ ਮਨਜ਼ੂਰ ਆ ਤੇ ਰੱਬ ਨੂੰ ਬੇਨਤੀ ਕਰਿਓ, ਨਹੀਂ ਤੇ ਨਾ। ਕਹਿੰਦੇ ਦੱਸੋ ਜੀ ਕਿਹੜੀ ਗੱਲ ਹੈ? ਉਹ ਕਹਿਣ ਲੱਗੇ ਜਿੱਦਾਂ ਅੱਜ ਮੈਂ ਅੰਤਲੇ ਸਮੇਂ ਤੇ ਤੁਹਾਨੂੰ ਇਕੱਠਿਆਂ ਕੀਤਾ ਤੇ ਮੈਂ ਤੁਹਾਡੇ ਦਰਸ਼ਨ ਕਰਨੇ ਲੋਚਦਾ, ਭਾਵੇਂ 20 ਸਾਲ ਬਾਅਦ ਮੇਰਾ ਅੰਤਲਾ ਸਮਾਂ ਆਵੇ, ਜਦੋਂ ਮੈਂ ਅੰਤਲੇ ਸਮੇਂ ਤੇ ਪਰਲੋਕ ਨੂੰ ਜਾਣ ਲੱਗਾ, ਤੁਸੀਂ ਇਸੇ ਤਰ੍ਹਾਂ ਦਰਸ਼ਨ ਦੇਣੇ ਜਿਹੜੇ ਸਰੀਰ ਕਰਕੇ ਰਹੇ। ਜੇ ਇਹ ਸ਼ਰਤ ਮਨਜ਼ੂਰ ਆ ਤੇ ਮੈਂ ਜਿਵੇਂ ਤੁਸੀਂ ਕਹੋ ਮੈਂ ਮੰਨਣ ਲਈ ਤਿਆਰ ਹਾਂ। ਕਹਿੰਦੇ ਜੀ ਬਾਬਾ ਜਵਾਲਾ ਸਿੰਘ ਨੇ ਆਖਿਆ ਵੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਪ੍ਰਾਰਬਧ ਦਾ ਸਰੀਰਾਂ ਦੀ ਜਿੱਦਾਂ ਪ੍ਰਮਾਤਮਾ ਨੂੰ ਭਾਵੇਗਾ, ਪਰ ਮੈਂ ਤੁਹਾਡੀ ਅਰਦਾਸ ਕਰਨ ਲੱਗਾ, ਮੈਂ ਤੁਹਾਡੇ ਕੋਲ ਹੋਵਾਂਗਾ ਅੰਤਲੇ ਸਮੇਂ ਤੇ, ਇਸ ਗੱਲ ਤੇ ਤੁਸੀਂ ਭਰੋਸਾ ਰੱਖਿਓ। ਉਹਨਾਂ ਅਰਦਾਸ ਬੇਨਤੀ ਕਰਤੀ ਸਾਧ ਸੰਗਤ। ਇੱਕ ਇਤਿਹਾਸਕ ਸਚਾਈ ਹੈ ਵੀ ਇਸ ਸੰਤਾਂ ਦੇ ਇਕੱਠ ਤੋਂ ਬਾਅਦ 20 ਸਾਲ ਬਾਬਾ ਦਲੀਪ ਸਿੰਘ ਜੀ ਜੀਵੇ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ, ਸੰਤ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਕੋਲ ਸਨ ਤੇ ਉੱਥੇ ਹੀ ਡਮੇਲੀ ਵਿੱਚ ਹੀ ਉਹਨਾਂ ਨੇ ਮੁੜ ਕੇ ਸਾਧ ਸੰਗਤ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸਰੀਰ ਛੱਡ ਦਿੱਤਾ। ਆਪਾਂ ਦਿੱਲੀ ਲੈ ਕੇ ਜਾਈਏ ਤੇ ਇੱਕ ਸਟੇਸ਼ਨ ਆਉਂਦਾ ਹਜ਼ਰਤ ਨਿਜ਼ਾਮੁਦੀਨ, ਦਿੱਲੀ ਦੇ ਵਿੱਚ ਹੀ ਕਰਕੇ ਪੈ ਜਾਂਦਾ। ਸੰਤ ਕਿਸੇ ਵੀ ਧਰਮ ਤੇ ਕਿਸੇ ਵੀ ਫਿਰਕੇ ਵਿੱਚ ਸਾਧ ਸੰਗਤ ਹੋ ਸਕਦਾ, ਪਰ ਹੁੰਦਾ ਉਹ ਹੀ ਹੈ ਸੰਤ ਜਿਹਦੇ ਉੱਤੇ ਇਹ 6 ਨਿਸ਼ਾਨੀਆਂ ਪੰਜਵੇਂ ਪਾਤਸ਼ਾਹ ਜੀ ਵਾਲੀਆਂ ਢੁਕਦੀਆਂ ਹੋਣ। ਉਹ ਸਾਧ ਸੰਗਤ ਹਜ਼ਰਤ ਨਿਜ਼ਾਮੁਦੀਨ ਕੌਣ ਹੈ? ਮੁਸਲਮਾਨ ਧਰਮ ਵਾਲਿਆਂ ਦਾ ਇੱਕ ਸਤਿਕਾਰਯੋਗ ਪੀਰ ਹੈ, ਆਪਾਂ ਕਹਿ ਲਈਏ ਆਪਣੇ ਲਫ਼ਜ਼ਾਂ ਵਿੱਚ ਵੀ ਪਹੁੰਚਿਆ ਹੋਇਆ ਸੰਤ ਹੈ। ਤੇ ਉਹ ਸਾਧ ਸੰਗਤ ਆਪਣੀ ਦਰਗਾਹ ਤੇ ਰੋਜ਼ ਬੈਠਾ ਰਹਿੰਦਾ ਤੇ ਸਲੇਮ ਸ਼ਾਹ ਬਾਦਸ਼ਾਹ ਦਿੱਲੀ ਵਿੱਚ ਹੈ, ਉਹ ਕਿਲੇ ਦੀ ਉਸਾਰੀ ਕਰ ਰਿਹਾ ਤੇ ਜਿਹੜੇ ਮਜ਼ਦੂਰ ਤੇ ਮਿਸਤਰੀ ਕਿਲੇ ਦੀ ਉਸਾਰੀ ਵਾਸਤੇ ਉਹ ਲਾਉਂਦਾ ਹੈ। ਉਹ ਜਦੋਂ ਦੁਪਹਿਰ ਹੁੰਦੀ ਹੈ ਤੇ ਮਜ਼ਦੂਰ ਤੇ ਮਿਸਤਰੀ ਸਾਰੇ ਸਾਧ ਸੰਗਤ ਜਿਹੜੇ ਉਹ ਹੰਗਲਾਉਣ ਲੱਗ ਪੈਂਦੇ, ਨੀਂਦ ਆਉਂਦੀ ਸਾਰਿਆਂ ਨੂੰ, ਝੋਕੇ ਜੇ ਨੀਂਦ ਦੇ ਲੈਂਦੇ। ਤੇ ਇੱਕ ਦਿਨ ਉਹਨੇ ਪੁੱਛਿਆ ਆਪਣੇ ਵਜ਼ੀਰ ਨੂੰ, ਕਹਿੰਦਾ ਵੀ ਇਹ ਗੱਲ ਕੀ, ਸਾਰੇ ਦੁਪਹਿਰੇ ਸੌਂਦੇ ਆ, ਇਹਨਾਂ ਦੀਆਂ ਝੋਕਾਂ ਲੱਗਦੀਆਂ, ਕੀ ਕਾਰਨ ਹੈ? ਉਹ ਕਹਿਣ ਲੱਗੇ ਜੀ ਗੱਲ ਇਹ ਆ ਵੀ ਇਹ ਰਾਤ ਨੂੰ ਹਜ਼ਰਤ ਦੀ ਦਰਗਾਹ ਤੇ ਜਾਂਦੇ ਨਿਜ਼ਾਮੁਦੀਨ ਦੀ ਤੇ ਉਹਦੀ ਸੰਗਤ ਕਰਦੇ ਤੇ ਵਚਨ ਸੁਣਦੇ ਰਹਿੰਦੇ ਆ। ਰਾਤ ਇਹਨਾਂ ਦੀ ਕਿੰਨੀ ਏਦਾਂ ਹੀ ਬਤੀਤ ਹੋ ਜਾਂਦੀ, ਦਿਨੇ ਤੁਸੀਂ ਫੜ ਕੇ ਲੈ ਆਉਂਦੇ, ਜਿਸ ਕਰਕੇ ਇਹਨਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਤੇ ਆਪਣੀ ਨੀਂਦ ਪੂਰੀ ਕਰਨ ਵਾਸਤੇ ਝੋਕੇ ਲੈਂਦੇ ਆ। ਉਹ ਕਹਿੰਦਾ ਵੀ ਚਲੋ ਮੈਂ ਵੀ ਜਾ ਕੇ ਵੇਖਾਂ ਬਈ ਜਿਹੜੇ ਥੱਕੇ ਹੋਏ ਮਜ਼ਦੂਰ ਤੇ ਮਿਸਤਰੀ ਜਿਸ ਹਜ਼ਰਤ ਦੀ ਦਰਗਾਹ ਤੇ ਜਾ ਕੇ ਉਹਦੇ ਕੋਲੋਂ ਵਚਨ ਸੁਣਦੇ ਆ, ਮੈਂ ਵੀ ਤਾਂ ਜਾ ਕੇ ਉਹਦੇ ਦਰਸ਼ਨ ਕਰਨ ਚਲੇ ਗਿਆ। ਸਾਧ ਸੰਗਤ ਹਾਥੀ ਉੱਤੇ ਚੜਿਆ ਹੋਇਆ ਸੀ। ਜਦੋਂ ਉਹਨੇ ਦਰਗਾਹ ਵਿੱਚ ਪਹੁੰਚਿਆ, ਜਾ ਕੇ ਉੱਤਰ ਕੇ ਵੇਖਿਆ ਵੀ ਦਰਗਾਹ ਦੇ ਉੱਤੇ ਸਾਧ ਸੰਗਤ ਇੱਕ ਬੰਨੇ ਉਹ ਬੈਠਾ, ਦੂਜੇ ਬੰਨੇ ਬੜੇ ਚਿਰਾਗ ਜਲ ਰਹੇ, ਦੀਵੇ ਲੱਗੇ।
ਤੇ ਮਨ 'ਚ ਮਤਸਬੀ ਹੋਣ ਕਰਕੇ ਬੜਾ ਰੋਹ ਜਿਹਾ ਆਇਆ। ਕਹਿਣ ਲੱਗਾ ਦੀਵਾਲੀ ਤੇ ਹਿੰਦੂ ਜਗਾਉਂਦੇ ਆ ਤੇ ਪੀਰ ਜੀ ਤੁਸੀਂ ਕੀ ਇਹ ਪਖੰਡ ਬਣਾਇਆ, ਇਹ ਤੁਸੀਂ ਇੰਨੇ ਚਿਰਾਗ ਜਗਾਏ ਕਾਹਦੇ ਵਾਸਤੇ। ਉਹਨਾਂ ਕੋਈ ਜਵਾਬ ਨਾ ਦਿੱਤਾ। ਨਿਰਾਸ਼ ਹੋ ਕੇ ਕ੍ਰੋਧ ਕਰਕੇ ਤੇ ਵਾਪਸ ਮੁੜ ਆਇਆ। ਆਣ ਕੇ ਦਿੱਲੀ ਵਾਲੇ ਲੋਕਾਂ ਨੂੰ ਹੁਕਮ ਕਰਤਾ ਵੀ ਕੱਲ ਤੋਂ ਕੋਈ ਤੇਲ ਲੈ ਕੇ ਇਸ ਹਜ਼ਰਤ ਦੀ, ਇਸ ਪੀਰ ਦੀ ਨਿਜ਼ਾਮੁਦੀਨ ਦੀ ਦਰਗਾਹ ਤੇ ਨਹੀਂ ਜਾਵੇਗਾ। ਜਿਹੜਾ ਤੇਲ ਲੈ ਕੇ ਗਿਆ ਉਹਨੂੰ ਮੈਂ ਸਜ਼ਾ ਦੇਵਾਂਗਾ। ਅਗਲੇ ਦਿਨ ਦੀਆਂ ਸ਼ਾਮਾਂ ਪਈਆਂ ਤੇ ਤੇਲ ਕੋਈ ਆਇਆ ਨਹੀਂ, ਚਿਰਾਗ ਜਗੇ ਨਾ। ਤੇ ਉਹਨੇ ਆਪਣੇ ਸੇਵਕਾਂ ਨੂੰ ਆਖਿਆ ਵੀ ਚਿਰਾਗ ਨਹੀਂ ਜਗਾਏ। ਕਹਿੰਦੇ ਜੀ ਤੇਲ ਹੀ ਕੋਈ ਨਹੀਂ ਆਇਆ। ਬਾਦਸ਼ਾਹ ਨੇ ਮਨਾ ਕਰਤਾ। ਉਹ ਕਹਿੰਦਾ ਅੱਲਾ ਨੂੰ ਯਾਦ ਕਰਕੇ ਪਾਣੀ ਪਾ ਕੇ ਜਗਾਓ, ਜਗ ਪੈਣਗੇ। ਪਾਣੀ ਪਾ ਕੇ ਚਿਰਾਗਾਂ ਵਿੱਚ ਸਾਧ ਸੰਗਤ ਜਗਾਤਾ ਤੇ ਜਗ ਪਏ। ਜਦੋਂ ਇਸ ਗੱਲ ਦਾ ਪਤਾ ਸਲੀਮ ਸ਼ਾਹ ਬਾਦਸ਼ਾਹ ਨੂੰ ਲੱਗਾ ਤੇ ਅਗਲੇ ਦਿਨ ਆਣ ਕੇ ਉਹਨੇ ਮਾਫੀ ਮੰਗੀ। ਜਦੋਂ ਮਾਫੀ ਮੰਗਣ ਵਾਸਤੇ ਆਇਆ, ਏਦਾਂ ਦੇ ਥੜੇ ਉੱਤੇ ਸਾਧ ਸੰਗਤ, ਉਦੋਂ ਨਿਜ਼ਾਮੁਦੀਨ ਪੀਰ ਲੱਤਾਂ ਲਮਕਾ ਕੇ ਬੈਠਾ ਸੀ ਤੇ ਉਹਦੇ ਕੋਲੇ ਉਹਦੇ ਚਰਨਾਂ ਵਿੱਚ ਬਹਿ ਕੇ ਇੱਕ ਗਰੀਬ ਆਦਮੀ ਫਰਿਆਦ ਕਰ ਰਿਹਾ। ਕਹਿੰਦਾ ਜੀ ਮੇਰੀ ਲੜਕੀ ਵਿਆਹਣ ਵਾਲੀ ਹੈ, ਤੁਸੀਂ ਕਿਰਪਾ ਕਰੋ ਕੋਈ ਥੋੜੀ ਬਹੁਤੀ ਮਾਇਆ ਕਿਸੇ ਨੂੰ ਆਖੋ। ਕਿੰਨੇ ਲੋਕ ਤੁਹਾਡੇ ਕੋਲੇ ਆਉਂਦੇ, ਬਾਦਸ਼ਾਹ ਆਉਂਦਾ ਤੁਹਾਡੇ ਕੋਲੇ ਦਰਸ਼ਨ ਕਰਨ ਵਾਸਤੇ, ਮੈਨੂੰ ਥੋੜੀ ਬਹੁਤੀ ਮਾਇਆ ਦੇਵੇ। ਉਹਨੇ ਗੱਲ ਹੀ ਨਹੀਂ ਸੁਣੀ। ਦੂਜੇ ਦਿਨ ਫੇਰ ਆਇਆ, ਫੇਰ ਨਹੀਂ ਸੁਣੀ। ਤੀਜੇ ਦਿਨ, ਚੌਥੇ ਦਿਨ, 25 ਦਿਨ ਸਾਧ ਸੰਗਤ ਲਗਾਤਾਰ ਉਹ ਗਰੀਬ ਆਦਮੀ ਆਣ ਕੇ ਤੇ ਉਹਨੂੰ ਬੇਨਤੀ ਕਰਦਾ ਰਿਹਾ। 25ਵੇਂ ਦਿਨ ਉਹ ਇਸੇ ਤਰ੍ਹਾਂ ਹੀ ਖੜੇ ਤੇ ਬੈਠਾ, ਜਿਹਦੇ ਤੇ ਬਹਿ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ। ਤੇ ਜਦੋਂ 5ਵੇਂ ਦਿਨ ਉਸ ਗਰੀਬ ਆਦਮੀ ਨੇ ਬੇਨਤੀ ਕੀਤੀ ਤੇ ਉਹ ਸਾਧ ਸੰਗਤ ਉੱਠ ਪਿਆ, ਖੁਸ਼ ਹੋ ਕੇ ਕਹਿਣ ਲੱਗਾ ਚੰਗਾ ਭਾਈ ਤੂੰ ਕਈ ਦਿਨ ਹੋਏ ਆਇਆ, ਐਂ ਕਰਾ ਸਾਡੀ ਜੁੱਤੀ ਲੈ ਜਾ ਚੁੱਕ ਕੇ, ਅੱਲਾ ਭਲੀ ਕਰੇਗਾ। ਉਹ ਮਨ 'ਚ ਹੈਰਾਨ ਹੋਇਆ ਵੀ ਮੈਂ ਤਾਂ ਆਇਆ ਸਾਂ, ਮੇਰੀ ਕੋਈ ਮਦਦ ਕਰ, ਕੋਈ ਪੈਸਾ ਧੇਲਾ ਕਿਸੇ ਨੂੰ ਕਹਿ ਮੈਨੂੰ ਦੇਵੇ, ਮੈਂ ਲੜਕੀ ਵਿਆਹੁਣੀ ਆ ਤੇ ਇਹਨੇ ਜੁੱਤੀ ਕਹਿਤੀ ਹੈ। ਹੁਣ ਕੁਝ ਕਹਿ ਨਹੀਂ ਸਕਦਾ। ਸ਼ੋਭਾ ਬਹੁਤ ਸੁਣਦਾ ਉਹਦੀ। ਪਰਨੇ ਵਿੱਚ ਸਾਧ ਸੰਗਤ ਜੁੱਤੀ ਲਪੇਟੀ ਤੇ ਲੈ ਕੇ ਤੁਰ ਪਿਆ। ਤੁਰਿਆ ਜਾਂਦਾ ਤੇ ਅਗਲੇ ਬੰਨਿਓਂ ਅਮੀਰ ਖੁਸਰੋ ਤੁਰਿਆ ਆਉਂਦਾ ਸੀ। ਅਮੀਰ ਖੁਸਰੋ ਤੁਰਿਆ ਆਵੇ ਤੇ ਜਿਹੜਾ ਅਮੀਰ ਖੁਸਰੋ ਸੀ ਉਹ ਹਜ਼ਰਤ ਨਿਜ਼ਾਮੁਦੀਨ ਦਾ ਸਾਧ ਸੰਗਤ ਬਹੁਤ ਵੱਡਾ ਪ੍ਰੇਮੀ ਸ਼ਰਧਾਲੂ ਸੀ, ਬਹੁਤ ਮਨ ਕਰਕੇ ਪ੍ਰੇਮੀ। ਜਦੋਂ ਤੁਰਿਆ ਆਉਂਦਾ ਤੇ ਉਹਨੇ ਵੇਖਿਆ, ਕਹਿੰਦਾ ਆਪਣੇ ਸੇਵਕ ਨੂੰ ਕਹਿੰਦਾ ਵੀ ਮੈਨੂੰ ਐਵੇਂ ਲੱਗਦਾ ਵੀ ਮੇਰੇ ਮੁਰਸ਼ਿਦ ਦੇ ਚਰਨਾਂ ਦੀ ਸੁਗੰਧੀ ਆਉਂਦੀ ਮੈਨੂੰ ਕਿਤੇੋਂ। ਉਹਦੇ ਸੇਵਕ ਨੇ ਆਖਿਆ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਦਾ, ਅਜੇ ਦਰਗਾਹ ਤੇ ਬਹੁਤ ਦੂਰ ਹੈ, ਅਜੇ ਪੀਰ ਦਾ ਟਿਕਾਣਾ ਬਹੁਤ ਦੂਰ ਹੈ, ਤੁਹਾਨੂੰ ਭੁਲੇਖਾ ਲੱਗਾ। ਉਹ ਕਹਿੰਦਾ ਨਹੀਂ, ਮੈਨੂੰ ਲੱਗਦਾ ਵੀ ਮੇਰਾ ਪੀਰ ਕਿਤੇ ਨੇੜੇ ਤੇੜੇ, ਉਹਦੇ ਚਰਨਾਂ ਦੀ ਮੈਨੂੰ ਸੁਗੰਧੀ ਆਈ ਜਾਂਦੀ ਨੇੜਿਓਂ। 25 ਊਠ ਸਾਧ ਸੰਗਤ ਉਹ ਧਨ ਦੇ ਲੱਦ ਕੇ ਲਈ ਆਉਂਦਾ ਸੀ ਦਰਸ਼ਨ ਕਰਨ ਵਾਸਤੇ ਨਿਜ਼ਾਮੁਦੀਨ ਦੇ। ਉਹਨੇ 5-4 ਵਾਰ ਆਖਿਆ, ਸੇਵਾਦਾਰ ਨੇ ਆਖਿਆ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਦਾ, ਇੱਥੋਂ ਕਿੱਥੋਂ ਸੁਗੰਧੀ ਆ ਸਕਦੀ, ਅਜੇ ਤੇ ਬਹੁਤ ਪੈਂਡਾ ਆਪਾਂ ਨੂੰ ਕਰਨਾ ਪੈਣਾ। ਉਹਨੇ ਚਿਰ ਨੂੰ ਸਾਧ ਸੰਗਤ ਉਹਨੇ ਪਰਨਾ ਜੀ ਨੇ ਫੜਿਆ ਹੋਇਆ ਸੀ, ਉਸ ਗਰੀਬ ਆਦਮੀ ਨੇ, ਉਹ ਕੋਲ ਦੀ ਲੰਘਣ ਲੱਗਾ ਤੇ ਉਹਨੂੰ ਅਮੀਰ ਖੁਸਰੋ ਨੇ ਰੋਕ ਲਿਆ। ਉਹ ਕਹਿਣ ਲੱਗਾ ਭਾਈ ਆ ਤੇਰੇ ਕੋਲ ਕੀ ਆ? ਕਹਿੰਦਾ ਇਹ ਪੀਰ ਨਿਜ਼ਾਮੁਦੀਨ ਦੀ ਜੁੱਤੀ ਆ। ਉਹ ਕਹਿੰਦਾ ਇਹ ਕਿੱਥੇ ਲੈ ਕੇ ਚੱਲਿਆ? ਉਸ ਗਰੀਬ ਆਦਮੀ ਨੇ ਆਖਿਆ, ਕਹਿੰਦਾ 25 ਦਿਨ ਹੋਏ ਮੈਨੂੰ ਉਹਦੇ ਕੋਲੇ ਜਾਂਦੇ ਨੂੰ, ਆਪਣੀ ਲੜਕੀ ਦੇ ਆਨੰਦ ਕਾਰਜ ਵਾਸਤੇ, ਵਿਆਹ ਵਾਸਤੇ ਉਹਦੇ ਕੋਲੋਂ ਕੁਝ ਬੇਨਤੀ ਕਰਕੇ ਮਾਇਆ ਦੀ ਤੇ ਆਸ ਰੱਖੀ ਸੀ, ਪਰ 25ਵੇਂ ਦਿਨ ਉਹਨੇ ਮੈਨੂੰ ਆਪਣੀ ਜੁੱਤੀ ਚਕਾਤੀ। ਕਹਿੰਦਾ ਅੱਲਾ ਭਲੀ ਕਰੇਗਾ, ਲੈ ਜਾ। ਉਹ ਕਹਿੰਦਾ ਲਿਆ ਇਹ ਜੋੜਾ ਮੈਨੂੰ ਦੇ ਦੇ, ਤੇ ਆਹ ਜਿਹੜੇ 25 ਊਠ ਧਨ ਦੇ ਲੱਦ ਕੇ ਲਈ ਆਉਂਦਾ ਨਾ ਮੇਰਾ ਸੇਵਾਦਾਰ, ਇਹ ਤੇਰੇ ਨਾਲ ਘਰ ਜਾ ਕੇ ਤੇਰੇ ਘਰ ਸਾਰਾ ਧਨ ਲਾ ਆਉਂਦਾ ਤੇ ਆਹ ਜੋੜਾ ਮੈਨੂੰ ਫੜਾ ਦੇ। ਉਹ ਨਿਜ਼ਾਮੁਦੀਨ ਦਾ ਜੋੜਾ ਸਾਧ ਸੰਗਤ ਲੈ ਕੇ ਅਮੀਰ ਖੁਸਰੋ ਨੇ ਆਪਣੇ ਸਿਰ ਤੇ ਰੱਖ ਲਿਆ ਤੇ ਲੈ ਕੇ ਤੁਰਿਆ ਆਉਂਦਾ ਤੇ ਉਹ ਆਉਂਦਿਆਂ ਨੂੰ ਥੜੇ ਤੇ ਉਦਾਂ ਹੀ ਲੱਤਾਂ ਲਮਕਾ ਕੇ ਬੈਠਾ ਜੀ। ਅਜੇ ਤੁਰਿਆ ਹੀ ਆਉਂਦਾ ਸੀ ਅਮੀਰ ਖੁਸਰੋ ਤੇ ਵੇਖ ਕੇ ਨਿਜ਼ਾਮੁਦੀਨ ਹੱਸਣ ਲੱਗ ਪਿਆ। ਕਹਿੰਦਾ ਖੁਸਰੋ ਚਰਨ ਪਾਦਕਾ ਮਿਲ ਗਈ? ਚਰਨ ਪਾਦਕਾ ਸਾਧ ਸੰਗਤ ਜੁੱਤੀ ਨੂੰ ਕਹਿੰਦੇ। ਕਹਿੰਦਾ ਮਿਲ ਗਈ ਮਹਾਰਾਜ ਜੀ। ਹੱਸ ਕੇ ਕਹਿਣ ਲੱਗਾ, ਕਹਿੰਦਾ ਕਿੰਨੇ ਚ ਮਿਲੀ? ਕਹਿੰਦਾ ਜੀ 25 ਊਠਾਂ ਦੇ ਬਦਲੇ ਮਿਲੀ ਧਾਂਦਿਆਂ ਦੇ। ਕਹਿੰਦਾ ਸਸਤੀ ਮਿਲ ਗਈ, ਆ ਜਾ। ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਦਇਆਲੰ ਸਰਵਤਰ ਜੀਆ, ਪੰਚ ਦੋਖ ਵਿਵਰਜਿਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ ਇੱਕ ਵਾਰ ਸਾਧ ਸੰਗਤ ਉਹਨਾਂ ਨੇ ਸਾਰੇ ਸਿੰਘਾਂ ਨੂੰ ਬੁਲਾ ਕੇ ਆਪਣੇ ਕੋਲੇ ਆਖਿਆ ਵੀ ਆਹ ਲਓ ਚੋਲੇ ਲੈ ਲਓ, ਨਵੇਂ ਸ਼ਹਿਰੇ ਲੈ ਲਓ। ਸਾਧ 2 ਵਾਰੀ ਦਿਆ ਕਰਦੇ ਸਨ। ਤੇ ਇੱਕ ਸਾਧ ਸੰਗਤ ਤਾਰਾ ਸਿੰਘ ਸੰਖ ਨਾਂ ਦਾ ਬੰਦਾ ਸੀ ਜਥੇ ਵਿੱਚ।
ਜਦੋਂ ਉਹਦੀ ਵਾਰੀ ਆਈ ਕਹਿਣ ਲੱਗੇ ਲੈ ਭਾਈ ਤਾਰਾ ਸਾਹਿਬ ਤੂੰ ਵੀ ਚੋਲਾ ਲੈ ਲਾ। ਕਹਿੰਦਾ ਮਹਾਰਾਜ ਮੇਰਾ ਪਹਿਲਾ ਠੀਕ ਹੀ ਆ। ਕਹਿਣ ਲੱਗੇ ਨਹੀਂ ਲੈ ਲਾ ਭਾਈ, ਸਾਰਿਆਂ ਨੇ ਲਿਆ ਤੂੰ ਵੀ ਲੈ ਲਾ। ਕਹਿੰਦਾ ਨਹੀਂ ਜੀ ਪਹਿਲਾ ਠੀਕ ਹੀ ਆ, ਜੇ ਚੱਲੀ ਜਾਂਦਾ। ਹੱਸ ਕੇ ਕਹਿਣ ਲੱਗੇ ਕਹਿੰਦੇ ਜਥੇ ਵਿੱਚ ਤੇ ਆ ਗਿਆ ਪਰ ਤੇਰੀ ਆਦਤ ਨਹੀਂ ਬਦਲੀ। ਏਦਾਂ ਜਦੋਂ ਬਚਨ ਕਰ ਦਿੱਤਾ ਉਹ ਤਾਰਾ ਸਿੰਘ ਸੰਖ ਨੇ ਤੇ ਗੱਲ ਗੌਲੀ ਨਹੀਂ, ਤੇ ਜਿਹੜੇ ਸੇਵਾਦਾਰ ਸਨ ਕੋਲ ਉਹਨਾਂ ਨੇ ਸੁਣ ਲਿਆ। ਜਦੋਂ ਉਹ ਚਲੇ ਗਏ ਸਾਰੇ ਹੀ ਤੇ ਬਾਅਦ ਚ ਉਹਨਾਂ ਨੇ ਬੇਨਤੀ ਕੀਤੀ ਮਹਾਂਪੁਰਖੋ ਇਹ ਤੁਸੀਂ ਕੀ ਬਚਨ ਕੀਤਾ ਵੀ ਜਥੇ ਚ ਤੇ ਆ ਗਿਆ ਆਦਤ ਨਹੀਂ ਬਦਲੀ। ਕਹਿਣ ਲੱਗੇ ਨਹੀਂ ਭਾਈ ਬਸ ਕੋਈ ਨਹੀਂ ਏਦਾਂ ਹੀ ਆਖਿਆ। ਕਹਿੰਦੇ ਨਹੀਂ ਜੀ ਤੁਸੀਂ ਦੱਸੋ ਵੀ ਤੁਸੀਂ ਇਹ ਬਚਨ ਕਿਵੇਂ ਕੀਤਾ ਭਈ ਜਥੇ ਚ ਤੇ ਆ ਗਿਆ ਤੇ ਆਦਤਾਂ ਨਹੀਂ ਬਦਲੀਆਂ। ਜਦੋਂ ਬਹੁਤੇ ਪਿਆਰ ਨਾਲ ਬੇਨਤੀ ਕੀਤੀ ਤੇ ਸੰਤ ਕਹਿਣ ਲੱਗੇ ਕਹਿੰਦੇ ਭਾਈ ਇਹ ਜਿਹੜਾ ਤਾਰਾ ਸਿੰਘ ਸੰਖ ਹੈ ਨਾ ਇਹ ਪਿਛਲੇ ਜਨਮ ਵਿੱਚ ਸ਼ੀਂਬਾ ਸੀ ਤੇ ਸੁਭਾਅ ਹੁੰਦਾ ਸ਼ੀਂਬੇ ਵੀਰਾਂ ਦਾ ਭਈ ਕੱਪੜੇ ਨਾਲ ਬਹੁਤਾ ਜ਼ਿਆਦਾ ਮੋਹ ਤੇ ਲਗਾਵ ਜਿਹਾ ਰੱਖਣਾ। ਕਹਿੰਦੇ ਅਸੀਂ 3 ਵਾਰੀ ਬੇਨਤੀ ਕੀਤੀ ਤੂੰ ਚੋਲਾ ਲੈ ਲੈ ਭਾਈ, ਆਪਣਾ ਪਰਨਾ ਕਸ਼ਹਿਰਾ ਲੈ ਲੈ। ਕਹਿੰਦਾ ਨਹੀਂ ਅਜੇ ਪਹਿਲਾਂ ਹੀ ਚੰਗਾ। ਕਹਿੰਦੇ ਮੋਹ ਕਰੀ ਜਾਂਦਾ, ਪਹਿਲੇ ਨਾਲ ਨਵਾਂ ਨਹੀਂ ਲੈਂਦਾ। ਫਿਰ ਉਹਨਾਂ ਨੇ ਆਖਿਆ ਕਹਿਣ ਲੱਗੇ ਜੀ ਕਿਰਪਾ ਕਰਕੇ ਦੱਸੋ ਫਿਰ ਇਹ ਜੇ ਪਹਿਲਾਂ ਸ਼ੀਂਬਾ ਸੀ ਤੇ ਕਿੱਥੇ ਰਹਿੰਦਾ ਸੀ, ਕਿਹੋ ਜਿਹਾ ਇਹਦਾ ਜੀਵਨ ਸੀ, ਜਥੇ ਵਿੱਚ ਕਿੱਦਾਂ ਆ ਗਿਆ। ਮਹਾਂਪੁਰਸ਼ ਆਖਿਆ ਭਾਈ ਇਹ ਸੁਲਤਾਨਪੁਰ ਲੋਧੀ ਰਹਿੰਦਾ ਹੁੰਦਾ ਸੀ ਤੇ ਕੱਪੜੇ ਧੋਂਦਿਆਂ ਵੇਈ ਨਦੀ ਤੇ ਇਹਦਾ ਪੈਰ ਤਿਲਕ ਗਿਆ, ਇਹ ਡੁੱਬ ਕੇ ਪਾਣੀ ਵਿੱਚ ਮਰਿਆ ਸੀ ਤੇ ਜਦੋਂ ਡੁੱਬਾ ਉਦੋਂ 12 ਮਾਹ ਦਾ ਪਾਠ ਕਰਦਾ ਸੀ ਇਹ। ਤੇ 12 ਮਾਹ ਦੀ ਪੰਕਤੀ ਇਹਦੀ ਰਚਨਾ ਦੇ ਹੋਣ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਵੀ ਅਗਲਾ ਜਨਮ ਇਹਨੂੰ ਸਿੱਖਾਂ ਦੇ ਘਰ ਦਾ ਫੇਰ ਦੇਤਾ ਤੇ ਜਥੇ ਦੀ ਸੰਗਤ ਬਖਸ਼ ਦਿੱਤੀ ਹੈ। ਹੁਣ ਸੰਗਤ ਕਰਕੇ ਤਾਰ ਤੇ ਜਾਵੇਗਾ ਪਰ ਪਿਛਲਾ ਜਿਹੜਾ ਸੰਸਕਾਰ ਸੀ ਉਹ ਇਹਦਾ ਅਜੇ ਤੱਕ ਨਾਲ ਚੱਲੀ ਜਾਂਦਾ, ਕੱਪੜੇ ਨਾਲ ਮੋਹ ਕਰਨੋਂ ਨਹੀਂ ਹਟਿਆ। ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੁੰਦੀ। ਬਹੁਤ ਸਾਰੇ ਬਚਨ ਗੁਰਦੁਆਰਾ ਭੱਠਾ ਸਾਹਿਬ ਸਾਧ ਸੰਗਤ ਮਹਾਂਪੁਰਸ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾ ਰਹੇ ਸਨ। ਰੋਪੜ ਜ਼ਿਲ੍ਹੇ ਦੀ ਗੱਲ ਹੈ ਤੇ ਜਿਸ ਵੇਲੇ ਚੱਲੇ ਅਜੇ ਕਸ਼ਹਿਰਾ ਪਰਨਾ ਲੈ ਕੇ ਇਸ਼ਨਾਨ ਕਰਨ ਨੂੰ ਤੁਰੇ ਜਾਂਦੇ ਸਨ ਤੇ ਅਗਲੇ ਪਾਸਿਓਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੰਤਾਂ ਦਾ ਨਾਮ ਲੈ ਕੇ ਗੁਰਬਚਨ ਸਿਆ ਆ ਸਾਡੇ ਗੱਲ ਨੂੰ ਲੱਗ ਜਾ। ਤੇ ਉੱਥੇ ਧਰਤੀ ਤੇ ਮੱਥਾ ਟੇਕ ਕੇ ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਜੀ ਅਜੇ ਇਸ਼ਨਾਨ ਨਹੀਂ ਕੀਤਾ। ਕਹਿੰਦੇ ਜਿਹੜੇ ਇਸ਼ਨਾਨ ਦੀ ਲੋੜ ਸੀ ਉਹ ਤੇਰਾ ਬਹੁਤ ਪਹਿਲਾਂ ਦਾ ਹੋ ਗਿਆ, ਆ ਸਾਡੇ ਕਲਾਵੇ ਵਿੱਚ। ਤੇ ਸਾਧ ਸੰਗਤ ਗੱਲ ਨਾਲ ਲਾ ਲਿਆ ਕਲਗੀਧਰ ਪਾਤਸ਼ਾਹ ਨੇ ਫੜ ਕੇ। ਪਿੰਡਰੀ ਪਿੰਡ ਨਿਤਨੇਮ ਇੱਕ ਸਿੰਘ ਕੋਲੋਂ ਸੁਣਦੇ ਸਨ, ਭਚੰਗੀ ਸੀ ਨਾਲ ਨਾਲ ਬਾਣੀ ਸੁਣਾਉਂਦਾ, ਜਿਵੇਂ ਬਾਬਾ ਜੀ ਨੂੰ ਬਾਣੀ ਸੁਣਾਉਂਦਾ ਰਹਿੰਦਾ ਹਰ ਵੇਲੇ ਇੱਕ ਸਿੰਘ ਇਸੇ ਤਰ੍ਹਾਂ ਸੁਣਾਉਂਦਾ ਆ ਰਿਹਾ ਸੀ। ਤੇ ਸਾਧ ਸੰਗਤ ਜਾਪ ਸਾਹਿਬ ਸੁਣਦੇ ਸਨ ਮਹਾਂਪੁਰਸ਼। ਤੇ ਜਦੋਂ ਇਹ ਪੰਕਤੀ ਆਈ ਨਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਤੇ ਉੱਥੇ ਸੰਤ ਸਾਧ ਸੰਗਤ ਰੁਕ ਗਏ ਤੇ ਚਿਹਰੇ ਦਾ ਰੰਗ ਇੱਕਦਮ ਲਾਲ ਹੋ ਗਿਆ, ਸੁਰਖ। ਤੇ ਉਹਨੂੰ ਭਚੰਗੀ ਨੂੰ ਆਖਿਆ ਵੀ ਆਹੋ ਪੰਕਤੀਆਂ ਪੜੀ ਚੱਲ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਸਾਧ ਸੰਗਤ ਹੁੰਦਾ ਪ੍ਰਗਟ ਤੇ ਜ਼ਹੂਰ ਹੁੰਦਾ ਪ੍ਰਤਾਪ। ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਹਾਜ਼ਰ ਹੁੰਦਾ ਨੇੜੇ ਤੇੜੇ ਤੇ ਹਜ਼ੂਰ ਹੁੰਦਾ ਸਾਹਮਣੇ। ਕਲਗੀਧਰ ਪਾਤਸ਼ਾਹ ਦੀਆਂ ਇਹਨਾਂ ਪੰਕਤੀਆਂ ਦੇ ਉੱਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਜਿਸ ਵੇਲੇ ਆਪਣਾ ਧਿਆਨ ਟਿਕਾਇਆ ਤੇ ਕਲਗੀਧਰ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋਏ ਤੇ ਜਦੋਂ ਦਰਸ਼ਨ ਹੋਣ ਤੋਂ ਬਾਅਦ ਨਮਸਕਾਰ ਕੀਤੀ ਤੇ ਭਚੰਗੀ ਨੂੰ ਕਹਿਣ ਲੱਗੇ ਭਚੰਗਿਆ ਕੁਝ ਵੇਖਿਆ ਜੀ? ਕਹਿੰਦਾ ਮਹਾਰਾਜ ਮੈਨੂੰ ਤਾਂ ਕੁਝ ਨਹੀਂ ਦੱਸਿਆ। ਕਹਿਣ ਲੱਗੇ ਚੋਜੀ ਪ੍ਰੀਤਮ ਆਏ ਸੀ ਦਰਸ਼ਨ ਦੇਣ ਵਾਸਤੇ, ਸਾਡੇ ਚਿਹਰੇ ਦਾ ਜਲਾਲ ਨਹੀਂ ਦੱਸਦਾ। ਤੇ ਭਚੰਗੀ ਨੇ ਸਾਰੇ ਜਥੇ ਨੂੰ ਦੱਸਿਆ। ਕਹਿਣ ਲੱਗੇ ਮਹਾਂਪੁਰਸ਼ਾਂ ਦਾ ਚਿਹਰਾ ਐਉਂ ਸੀ ਜਿਵੇਂ ਤਪੀ ਹੋਈ ਤਾਂਬੇ ਦੀ ਲੋਹ ਹੋਵੇ। ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਕਿਉਂਕਿ ਰਾਗੀ ਸਿੰਘ ਕਹਿ ਰਹੇ ਸਨ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਜੀਵਨ ਦੀ ਇੱਕ ਘਟਨਾ ਵਜਾ ਤੇ ਹੋਰ ਕਰਦੀ ਸੀ ਸਾਧ ਸੰਗਤ। ਚਲੋ ਇਹ ਵਿਸ਼ਾ ਚੱਲ ਪਿਆ ਕਰਕੇ ਰਾਗੀ ਸਿੰਘਾਂ ਤੋਂ ਜੀ ਕੀਤਾ ਵੀ ਇਹ ਵੀ ਕਰ ਲਈਏ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਨਿੰਦਿਆ ਸੰਤਾਂ ਦੀ ਹੁੰਦੀ ਹੈ। ਹਾਂ ਜਿਹੜਾ ਸੰਤ ਹੈ ਉਹਦੀ ਨਿੰਦਿਆ ਤੇ ਸਾਧ ਸੰਗਤ ਨਰਕਾਂ ਤੱਕ ਲੈ ਕੇ ਜਾਵੇਗੀ। ਜਿਹੜਾ ਸੰਤ ਹੀ ਨਹੀਂ ਆਪਣੇ ਨਾਂ ਨਾਲ ਸਾਧ ਸੰਗਤ ਕੋਈ ਸੰਤ ਲਾ ਲੇ, ਲੰਮਾ ਚੋਲਾ ਪਾ ਲੇ, ਸਾਧ ਸੰਗਤ ਬੰਦੇ 5 7 10 ਨਾਲ ਰੱਖ ਲਏ ਜੀ ਹਜ਼ੂਰੀ ਵਾਲੇ, ਉਹ ਸੰਤ ਨਹੀਂ ਬਣ ਜਾਂਦਾ। ਪਰ ਪੰਜਵੇਂ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਅਨੁਸਾਰ ਜਿਹਦੇ ਉੱਤੇ ਇਹ ਪੰਕਤੀਆਂ ਢੁਕ ਜਾਣ ਸਾਧ ਸੰਗਤ ਉਹਦੀ ਨਿੰਦਿਆ ਸਾਨੂੰ ਸੋਭਦੀ ਨਹੀਂ। ਮਹਾਰਾਜ ਦਾ ਫਰਮਾਨ ਹੈ ਆਪਣਾ ਵਿਗਾਰ ਬਰਾਨਾ ਸਾਂਢਾ ਕਰੈ ਨਿੰਦ ਬਹੁ ਜੋਨੀ ਹੰਡ। ਕਹਿੰਦੇ ਆਪਣਾ ਵਿਗਾੜ ਕੇ ਕੋਈ ਬਗਾਨਾ ਕੰਮ ਸਵਾਰ ਦੇਵੇ ਨਾ, ਆਪਣਾ ਕੰਮ ਦਾ ਨੁਕਸਾਨ ਕੀਤਾ ਹੋਵੇ ਤੇ ਕਿਸੇ ਦੇ ਕੰਮ ਆ ਜਾਵੇ, ਪਰਉਪਕਾਰ ਉਹਦੇ ਤੇ ਕਰ ਦਿੱਤਾ ਜਾਵੇ, ਉਹਦਾ ਕੰਮ ਸਵਾਰ ਦੇਵੇ। ਪਰ ਕਹਿੰਦੇ ਕੰਮ ਸਵਾਰਨ ਤੋਂ ਬਾਅਦ ਜੇ ਉਹਦੀ ਨਿੰਦਿਆ ਕਰ ਦਿੱਤੀ ਕਹਿੰਦੇ ਜੋਨੀਆਂ ਵਿੱਚ ਲੈ ਕੇ ਜਾਵੇਗੀ। ਕਲਗੀਧਰ ਪਾਤਸ਼ਾਹ ਦਾ ਫਰਮਾਨ ਹਜ਼ੂਰ ਨੇ ਫਰਮਾਨ ਕੀਤਾ ਮਦਰਾ ਦਹਿਤਾ ਸਤਿਕੁਲ ਭੰਗਦਾ ਹੈ ਤਨ ਏਕ ਜਗਤ ਝੂਠ ਸ਼ਬਦ ਕੁਲਦਾ ਹੈ ਨਿੰਦਾ ਦਾ ਹੈ ਅਨੇਕ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸ਼ਰਾਬ ਪੀਣ ਵਾਲਾ ਬੰਦਾ ਨਾ ਉਹਦੀਆਂ 7 ਕੁਲਾਂ ਜਿਹੜੀਆਂ ਸਾਧ ਸੰਗਤ ਉਹ ਪਤਾਲ ਨੂੰ ਆਪਾਂ ਕਹਿ ਲਈਏ ਨਰਕਾਂ ਨੂੰ ਚਲੇ ਜਾਂਦੀਆਂ। 10ਵੇਂ ਪਾਤਸ਼ਾਹ ਜੀ ਦਾ ਫਰਮਾਨ
ਜਿੱਥੋਂ ਤੱਕ ਕੋਈ ਅੰਮ੍ਰਿਤ ਨਹੀਂ ਛਕ ਲੈਂਦਾ। ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਅੰਮ੍ਰਿਤ ਨੂੰ ਛਕ ਲਵੇ ਤੇ ਉੱਥੇ ਰੋਕ ਪਵੇਗੀ। ਮਹਾਰਾਜ ਦੇ ਬਚਨ ਹੈ, ਮੈਂ ਆਪਣੇ ਕੋਲੋਂ ਕਹਾਂ ਤੇ ਪ੍ਰਮਾਣ ਕੱਚਾ ਹੋ ਸਕਦਾ। ਉਹ ਕਹਿੰਦੇ ਨੇ ਮਦਰਾ ਦਾ ਹੈ ਤਾਂ ਸਤਿਕੁਲ, ਭੰਗ ਦਾ ਹੈ ਤਾਂ ਨੇਕ। ਕਹਿੰਦੇ ਭੰਗ ਪੀਣ ਵਾਲੇ ਦਾ ਇੱਕ ਸਰੀਰ ਨਾਸ ਹੋ ਜਾਂਦਾ, ਭੰਗ ਵਾਲੇ ਦੇ ਉੱਤੇ ਇੰਨਾ ਹੀ ਅਸਰ ਭੰਗ ਕਰਦੀ ਹੈ ਪਰ ਉਹਦਾ ਸਰੀਰ ਕੰਮ ਦਾ ਨਹੀਂ ਰਹਿੰਦਾ। ਜਗਤ ਝੂਠ ਸ਼ਬਦ ਕੁਲ ਦਾ ਹੈ। ਜਗਤ ਝੂਠ ਕਹਿੰਦੇ ਸਾਧ ਸੰਗਤ ਤੰਬਾਕੂ ਨੂੰ। ਮਹਾਰਾਜ ਚੋਜੀ ਪ੍ਰੀਤਮ ਕਹਿੰਦੇ ਤੰਬਾਕੂ ਵਰਤਣ ਵਾਲੇ ਦਾ 100 ਕੁਲ ਦਾ ਸਾਧ ਸੰਗਤ ਕੋਈ ਅੱਗਾ ਪਿਛਾ ਨਹੀਂ ਹੈ। ਜਗਤ ਝੂਠ ਮਹਾਰਾਜ ਨੇ ਆਖਿਆ 4 ਬੱਜਰ ਕ੍ਰਿਆਤਾ ਵਿੱਚ ਆਉਂਦੀ ਹੈ। ਵਚਨ ਨੇ ਤਨਕ ਤੰਬਾਕੂ ਸੇਵਿਆ ਦੇਵ ਸੋ ਦੇਵ ਪਿਤਰ ਤਜ ਜਾਏ, ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਹੋ ਜਾਏ। ਕਹਿੰਦੇ ਤੰਬਾਕੂ ਦੀ ਸੇਵਨ ਕਰਨ ਵਾਲੇ ਬੰਦੇ ਕੋਲੋਂ ਪਾਣੀ ਦਾ ਗਲਾਸ ਲੈ ਕੇ ਪੀ ਲੋ, ਸਮਝ ਲਓ ਸ਼ਰਾਬ ਦੇ ਬਰਾਬਰ ਹੈ। ਮਰਨੀ ਮਰਤ ਵਾਤ ਭਲਾ ਜਗਤ ਝੂਠ ਨੇ ਅੰਗ। ਜਗਤ ਝੂਠ ਤੰਬਾਕੂ ਨੂੰ ਮਹਾਰਾਜ ਨੇ ਆਖਿਆ। ਉਹ ਕਹਿੰਦੇ ਨੇ ਸ਼ਬਦ ਕੁਲ ਜਗਤ ਝੂਠ ਦਾ ਹੈ, ਨਿੰਦਾ ਦਾ ਹੈ ਅਨੇਕ। ਨਿੰਦਿਆ ਕਰਨ ਵਾਲੇ ਦੀ ਕਹਿੰਦੇ ਕੋਈ ਗਿਣਤੀ ਨਹੀਂ। ਉੱਪਰਲਿਆਂ ਦੀ ਤੇ 7 ਜਾਂ 100 ਗਿਣਤੀ ਆ ਗਈ, ਪਰ ਜਿਹੜਾ ਨਿੰਦਿਆ ਕਰਦਾ ਕਿਸੇ ਪੂਰਨ ਪੁਰਸ਼ ਦੀ, ਉਹਦਾ ਕਿੰਨਾ ਕੁ ਨੁਕਸਾਨ ਸਾਧ ਸੰਗਤ ਪਿੱਛੇ ਕੁਲਾਂ ਤੱਕ ਹੁੰਦਾ। ਮਹਾਰਾਜ ਕਹਿੰਦੇ ਕੋਈ ਗਿਣਤੀ ਨਹੀਂ ਜੇ ਹੈ। ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਮਹਾਰਾਜ ਕਹਿੰਦੇ ਪਤਾ ਹੀ ਨਹੀਂ ਕਿੰਨਾ ਕੁ ਭਾਰ ਆਪਣੇ ਸਿਰ ਤੇ ਰੱਖੀ ਜਾਂਦਾ ਨਿੰਦਕ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਮੈਂ ਬੇਨਤੀ ਕਰ ਰਿਹਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਜੀਵਨ ਬਾਰੇ। ਨਾਰੰਗਵਾਲ ਪਿੰਡ ਹੈ ਸਾਧ ਸੰਗਤ ਲੁਧਿਆਣੇ ਜ਼ਿਲ੍ਹੇ ਵਿੱਚ। ਉਥੋਂ ਦੇ 2 ਭਰਾ ਨੇ, ਬਹੁਤ ਸ਼ਰਧਾਲੂ ਪਰਿਵਾਰ। ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਸਾਧ ਸੰਗਤ ਸਮੇਂ ਤੋਂ ਜੁੜੇ ਨੇ ਜਥੇ ਦੇ ਨਾਲ, ਤੇ ਉਹਨਾਂ ਨੇ ਲੈ ਕੇ ਮਹਾਂਪੁਰਸ਼ਾਂ ਨੂੰ ਜਾਣਾ, ਜਿਨ੍ਹਾਂ ਵਿੱਚ ਇੱਕ ਦਾ ਨਾਮ ਹੈ ਦਲਜੀਤ ਸਿੰਘ। ਇੱਕ ਵਾਰ ਉਹਨਾਂ ਦੇ ਘਰੇ ਮਹਾਂਪੁਰਸ਼ ਗਏ ਜਥੇ ਦੇ ਸਿੰਘਾਂ ਸਮੇਤ, ਤੇ ਜਦੋਂ ਉਹਨਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਛਕ ਕੇ ਤੁਰਨ ਲੱਗੇ ਤੇ ਤੋਰਨ ਵਾਸਤੇ ਸਾਧ ਸੰਗਤ ਤੋਂ ਨਾਲ ਤੁਰ ਪਿਆ ਗੁਰਮੁਖ ਪਿਆਰਾ। ਨਾਲ ਨਾਲ ਸੰਤਾਂ ਦੇ ਤੁਰਿਆ ਆਉਂਦਾ ਤੇ ਬੇਨਤੀ ਕਰਦਾ, ਕਹਿੰਦਾ ਜੀ ਮਹਾਂਪੁਰਸ਼ੋ ਕੁਝ ਕਿਰਪਾ ਕਰੋ। ਕਹਿੰਦੇ ਬਈ ਕਿਹੋ ਜੀ ਕਿਰਪਾ? ਕਹਿੰਦਾ ਜੀ ਜਿੱਦਾਂ ਦੀ ਤੁਹਾਨੂੰ ਆਨੰਦ ਆ ਰਿਹਾ ਬਾਣੀ ਵਿੱਚੋਂ, ਨਾਮ ਵਿੱਚੋਂ, ਰਾਸ, ਉਹ ਸਾਨੂੰ ਵੀ ਆਵੇ। ਕਹਿੰਦੇ ਵੀ ਕਿਰਪਾ ਹੀ ਆਇਆ, ਅੰਮ੍ਰਿਤ ਛਕਿਆ, ਗੁਰੂ ਵਾਲਾ ਬਣਿਆ, ਨਿਤਨੇਮ ਕਰਿਆ ਕਰ। ਕਹਿੰਦਾ ਜੀ ਨਿਤਨੇਮ ਤੇ ਕਰੀ ਜਾਣਾ, ਪਰ ਕੁਝ ਹੋਰ ਕਿਰਪਾ ਕਰੋ। ਉਹ ਕਹਿੰਦੇ ਕਿਰਪਾ ਹੀ ਹੈ ਕਲਗੀਧਰ ਪਾਤਸ਼ਾਹ ਦੀ, ਨਿਤਨੇਮ ਤੂੰ ਕਰਦਾ, ਬਸ ਕਿਰਪਾ ਹੀ ਕਿਰਪਾ, ਜਪੀ ਚੱਲ ਤਗੜਾ ਹੋ ਕੇ, ਆਪੇ ਕਿਰਪਾ ਹੋ ਜਾਣੀ ਜਿਹੜੀ ਮੰਗਦਾ। ਕਹਿੰਦਾ ਨਹੀਂ ਜੀ ਐ ਗੱਲ ਟਾਲੋ ਨਾ, ਕੁਝ ਕਿਰਪਾ ਕਰੋ। ਜਦੋਂ ਪਿਆਰ ਵਿੱਚ ਆਣ ਕੇ ਤੀਸਰੀ ਵਾਰ ਆਖਿਆ ਤੇ ਸੰਤ ਗਿਆਨੀ ਕਰਤਾਰ ਸਿੰਘ ਨੇ ਆਖਿਆ ਚੰਗਾ ਨੇੜੇ ਹੋ। ਨਾਲ ਤੁਰਿਆ ਹੁੰਦਾ ਸੀ ਸਾਧ ਸੰਗਤ, ਦੋਵਾਂ ਮੋਢਿਆਂ ਤੋਂ ਫੜ ਲਿਆ ਤੇ ਕਹਿਣ ਲੱਗੇ ਕਹਿ ਵਾਹਿਗੁਰੂ। ਕਹਿੰਦਾ ਵਾਹਿਗੁਰੂ। ਕਹਿੰਦੇ ਕਹਿ ਵਾਹਿਗੁਰੂ। ਉਹਨੇ ਕਿਹਾ ਵਾਹਿਗੁਰੂ। ਜੋ ਤੀਸਰੀ ਵਾਰ ਆਖਿਆ ਕਹਿੰਦੇ ਕਹਿ ਵਾਹਿਗੁਰੂ। ਉਹਨੇ ਕਿਹਾ ਵਾਹਿਗੁਰੂ, ਤੇ ਸਾਧ ਸੰਗਤ ਸਾਰੇ ਸਰੀਰ ਚੋਂ ਵਾਹਿਗੁਰੂ ਵਾਹਿਗੁਰੂ ਚਲਾ। ਇਹ ਸੰਤਾਂ ਦੇ ਜੀਵਨ ਦੀ ਗੱਲ। ਆਪਣੀ ਕਮਾਈ ਕਿਸੇ ਦੂਸਰੇ ਨੂੰ ਦੇ ਦੇਣੀ। ਹਜ਼ੂਰ ਦਾ ਫਰਮਾਨ ਹੈ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਹਿੰਦੇ ਸਾਧੂ ਦੀ ਸੰਗਤ ਕੀਤੀ ਹੋਵੇ ਪੂਰਨ ਸਾਧੂ। 6 ਨਿਸ਼ਾਨੀਆਂ 5ਵੇਂ ਪਾਤਸ਼ਾਹ ਜੀ ਵਾਲੀਆਂ ਉੱਤੇ ਢੁਕਦੀਆਂ ਹੋਣ। ਕਹਿੰਦੇ ਉਹਦੇ ਨਾਲ ਰਹਿ ਕੇ ਘਾਲਣ ਦੀ ਲੋੜ ਨਹੀਂ। ਜਿੰਨਾ ਕੁ ਵਿਦੇਸ਼ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ ਭਾਈ, ਦੋਵੇਂ ਵੇਲੇ ਨਿਤਨੇਮ ਕਰੀ ਚਲੇ, 5 ਬਾਣੀਆਂ ਸਵੇਰੇ ਤੇ 2 ਸ਼ਾਮ ਨੂੰ। ਬਹੁਤੀ ਘਾਲਣ ਦੀ ਲੋੜ ਨਹੀਂ। ਜੇ ਸਾਧੂ ਦੀ ਸੰਗਤ ਕੀਤੀ ਹੈ, ਉਹਦੇ ਦਰਸ਼ਨ ਕੀਤੇ, ਸਾਧ ਸੰਗਤ ਨਿਹਾਲ ਹੋ ਜਾਵੇਗਾ। ਰੱਬ ਦੀ ਤਾਂ ਗੱਲ ਹੀ ਕੀ ਕਰਨੀ, ਉਹ ਤਾਂ ਦੀਆਂ ਗੱਲਾਂ। ਕਹਿੰਦੇ ਨੇ ਰੱਬ ਦੇ ਪਿਆਰਿਆਂ ਵਿੱਚ ਸਤਿਗੁਰਾਂ ਨੇ ਇੰਨੀ ਕਿਰਪਾ ਕਰਕੇ ਇਹ ਸਾਧ ਸੰਗਤ ਸਮਰੱਥਾ ਬਖਸ਼ ਦਿੱਤੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਉਹਨਾਂ ਦੇ ਆਪਣੇ ਤਾਂ ਮੁਖ ਉਜਲੇ ਹਨ। ਉਹ ਜਦੋਂ ਪਰਲੋਕ ਨੂੰ ਜਾਣਗੇ, ਉਹ ਤਾਂ ਆਪਣੀ ਇੱਜ਼ਤ ਆਬਰੂ ਪੱਤ ਦੇ ਸਹਿਤ ਜਾਣ ਕੇ ਹੀ ਜਾਣਗੇ। ਪਰ ਜਿਨ੍ਹਾਂ ਉੱਤੇ ਸਾਧ ਸੰਗਤ ਉਹਦੀ ਕਿਰਪਾ ਦ੍ਰਿਸ਼ਟੀ ਪੈ ਗਈ, ਉਹਨਾਂ ਦੀ ਜਮਾਂ ਤੋਂ ਛੁੱਟੀ ਪਾ ਲੈਣਗੇ। ਪੂਰੇ ਸਾਧੂ ਦੀ ਨਿਸ਼ਾਨੀ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਜਿਹਦੀ ਰਸਨਾ ਉੱਤੇ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਸ੍ਰੇਸ਼ਟ ਮੰਤਰ ਹਰ ਵੇਲੇ ਰਹਿੰਦਾ। ਮੰਤਰ ਬਾਰੇ ਬੜਾ ਕਈ ਵਾਰੀ ਆਪਾਂ ਨੂੰ ਭੁਲੇਖਾ ਲੱਗ ਜਾਂਦਾ, ਕਿਉਂਕਿ ਮੰਤਰ ਕਈ ਤਰ੍ਹਾਂ ਦੇ ਸਾਧ ਸੰਗਤ ਚੱਲ ਪਿਆ। ਕੋਈ ਕੰਨਾਂ ਵਿੱਚ ਮੰਤਰ ਦੇਣ ਲੱਗ ਪਿਆ, ਕੋਈ ਸਾਧ ਸੰਗਤ ਬੰਦ ਕਮਰੇ 'ਚ ਮੰਤਰ ਦਿੰਦਾ। ਕਿਸੇ ਦਾ 5 ਅੱਖਰਾਂ ਦਾ ਮੰਤਰ ਹੈ, ਕਿਸੇ ਦਾ 7 ਦਾ, ਕਿਸੇ ਨੇ 3 ਦਾ ਚਲਾ ਰਿਹਾ। ਇੱਕ ਪਿੱਛੇ ਜੇ ਚੱਲਿਆ ਸਾਧ ਸੰਗਤ, ਉਹ ਕਹਿੰਦਾ ਮੈਨੂੰ ਮੰਤਰ ਦੇਣ ਦੀ ਵੀ ਲੋੜ ਨਹੀਂ, ਬਸ ਤੁਸੀਂ ਆਣ ਕੇ ਮੇਰੇ ਕੋਲੇ ਬਹਿ ਜਾ ਕਰੋ, 40 ਦਿਨਾਂ 'ਚ ਤੁਹਾਡਾ 10ਵਾਂ ਦਵਾਰ ਖੋਲ ਦਿਆਂਗਾ। ਬਹੁਤ ਮੰਤਰ ਬਾਰੇ ਭੁਲੇਖਾ ਚੱਲ ਪਿਆ। ਪਰ ਮੰਤਰ ਸ੍ਰੇਸ਼ਟ ਸਾਧ ਸੰਗਤ ਉਹ ਹੈ ਜਿਹੜਾ ਸਾਰੇ ਮੰਤਰਾਂ ਦੀ ਮਾਂ ਹੋਵੇ, ਬੀਜ ਮੰਤਰ ਹੋਵੇ, ਮੁੱਢ ਮੰਤਰ ਹੋਵੇ, ਉਹਨੂੰ ਆਖੀਦਾ ਮੂਲ ਮੰਤਰ। ਤੇ ਮੂਲ ਮੰਤਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਨੂੰ ਦੇ ਦਿੱਤਾ। ਇਹਦੇ ਉੱਤੋਂ ਦੀ ਕੋਈ ਮੰਤਰ ਨਹੀਂ, ਸਾਰੇ ਮੰਤਰ ਇਹਦੇ ਵਿੱਚੋਂ ਹੀ ਨਿਕਲਦੇ ਆ ਤੇ ਇਹਦੇ ਵਿੱਚ ਹੀ ਸਾਧ ਸੰਗਤ ਸਮਾ ਜਾਂਦੇ। ਮੂਲ ਮੰਤਰ ਕਹੀਦਾ ਹੀ ਤਾਂ, ਮੂਲ ਦਾ ਅਰਥ ਹੈ ਮੁੱਢ। ਮੁੱਢਲਾ ਮੰਤਰ ਜਿਹੜਾ ਪ੍ਰਮਾਤਮਾ ਦਾ, ਜਿਹੜਾ ਸਿੱਧਾ ਪ੍ਰਮਾਤਮਾ ਨਾਲ ਪਹੁੰਚਾਉਣ ਵਾਲਾ ਹੈ, ਉਹ ਸਾਧ ਸੰਗਤ ਮੂਲ ਮੰਤਰ ਹੈ।
ਵਾਹਿਗੁਰੂ ਮੰਤਰ ਨੂੰ ਬੀਜ ਮੰਤਰ ਆਖੀਦਾ, ਕਿਉਂਕਿ 4 ਯੁੱਗਾਂ ਦੇ 4 ਮੰਤਰਾਂ ਦਾ ਪਹਿਲਾ ਅੱਖਰ ਲੈ ਕੇ ਇਹ ਮੰਤਰ ਵਾਹਿਗੁਰੂ ਤਿਆਰ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਕਿਸੇ ਵੀ ਸਮੇਂ ਦੇ ਮੰਤਰ ਦੇ ਪਹਿਲੇ ਅੱਖਰ ਨੂੰ ਬੀਜ ਮੰਤਰ ਆਖੀਦਾ। ਇਹ ਵਾਹਿਗੁਰੂ ਮੰਤਰ ਦੇ 4 ਹੀ ਅੱਖਰ ਸਾਧ ਸੰਗਤ ਬੀਜ ਮੰਤਰ ਨੇ, ਕਿਉਂਕਿ 4 ਯੁੱਗਾਂ ਦੇ 4 ਮੰਤਰਾਂ ਦਾ ਇੱਕ ਅੱਖਰ ਲਾ ਕੇ ਵਾਹਿਗੁਰੂ ਸ਼ਬਦ ਸਾਧ ਸੰਗਤ ਸਿੱਧ ਕਰਕੇ ਸਾਨੂੰ ਦੇ ਦਿੱਤਾ ਹੈ। ਤੇ ਐਉਂ ਬੇਨਤੀ ਕਰਾਂ, ਤੁਸੀਂ ਸਮਝ ਲਓ ਕਿ ਵਾਹਿਗੁਰੂ ਮੰਤਰ ਦੀ ਵਿਆਖਿਆ ਮੂਲ ਮੰਤਰ ਹੈ ਨਾਨਕ ਹੋਸੀ ਪੀ ਤਾਕਰ, ਤੇ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦੀ ਵਿਆਖਿਆ ਸਾਰੀ ਗੁਰਬਾਣੀ। ਕਿਤਿਓਂ ਪੜ੍ਹ ਲਓ, ਕਿਤਿਓਂ ਸੁਣ ਲਓ, ਕੋਈ ਗਾਵੈ ਕੋਈ ਸੁਣੈ, ਕੋਈ ਗਾਵੈ ਕੋ ਸੁਣੈ, ਕੋ ਕੁਚਰ ਸੁਣਾਵੈ, ਜਨਮ ਜਨਮ ਕੀ ਮਾਲ ਉਤਰੈ, ਮਨ ਚਿੰਦਿਆ ਪਾਵੈ। ਮਹਾਰਾਜ ਕਹਿੰਦੇ ਕੋਈ ਗਾ ਲੈ, ਕੋਈ ਸੁਣ ਲੈ, ਕਿਤਿਓਂ ਗਾ ਲੈ, ਕਿਤਿਓਂ ਸੁਣ ਲੈ। ਇਸ ਵਹਿ ਵਿੱਚ ਪੈਣ ਦੀ ਲੋੜ ਨਹੀਂ ਜੀ। ਕਿਹੜਾ ਸ਼ਬਦ ਪੜ੍ਹੀਏ, ਕਿਹੜੇ ਸ਼ਬਦ ਦਾ ਜਾਪ ਕਰੀਏ, ਸਾਰੇ ਸ਼ਬਦ ਸਾਧ ਸੰਗਤ ਇੱਕੋ ਜਿਹੀ ਹੈ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਮਹਾਰਾਜ ਦੀ ਬਾਣੀ ਸਾਰੀ ਇੱਕੋ ਜੀ, ਤੇ ਇੱਕ ਲਗ ਮਾਤਰ ਸਾਧ ਸੰਗਤ ਗੁਰੂ ਸਮਾਨ ਹੈ। ਤੇ ਗੁਰੂ ਭਾਵਨਾ ਰੱਖ ਕੇ ਅਸੀਂ ਜਿੱਥੋਂ ਜਪ ਲਾਂਗੇ ਉਹ ਓਨਾ ਹੀ ਸਾਧ ਸੰਗਤ ਅਸਰ ਕਰੇਗੀ। ਉਹ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ, ਦਇਆਲੰ ਸਰਵਤਰ ਜੀਆ ਪੰਚ ਦੋਖ ਵਿਵਰਜਿਤ ਹੈ। ਕਹਿੰਦੇ ਜੀਵਾਂ ਤੇ ਦਇਆ ਕਰਨੀ ਇਹ ਵੀ ਵਿਸ਼ੇਸ਼ ਕਰਕੇ ਧਿਆਨ ਦੇਣ ਵਾਲੀ ਗੱਲ ਹੈ। ਪਰ ਜੀਵਾਂ ਦੇ ਉੱਤੇ ਨਿਤਾਣਿਆਂ ਤੇ ਸਾਧ ਸੰਗਤ ਤਰਸ ਕਰਨਾ। ਕਹਿੰਦੇ ਇੱਕ ਮਾਈ ਸੀ ਬੰਬੇ ਰਹਿਣ ਵਾਲੀ, 6ਵੇਂ ਪਾਤਸ਼ਾਹ ਜੀ ਦੇ ਗੁਰਸਥਾਨ ਦੀ, 6ਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਉੱਥੇ ਸਾਧ ਸੰਗਤ ਗੁਰੂ ਘਰ ਬਣਿਆ ਸੀ। ਜਿਵੇਂ ਤੁਸੀਂ ਆਹ ਗੁਰਸਥਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ਼ ਬ੍ਰਹਮ ਗਿਆਨੀ ਤਾਤਬੇਦ ਦੇ ਭਿੰਡਰਾਂ ਵਾਲਿਆਂ ਨੂੰ ਸਮਰਪਿਤ ਕਰ ਦਿੱਤਾ। ਏਦਾਂ 6ਵੇਂ ਪਾਤਸ਼ਾਹ ਜੀ ਦੇ ਨਾਂ ਤੇ ਇੱਕ ਸਥਾਨ ਬਣਿਆ ਸੀ, ਤੇ ਉਸ ਮਾਤਾ ਨੇ ਸਾਧ ਸੰਗਤ ਉਸ ਸਥਾਨ ਤੇ ਰੋਜ਼ ਆਣ ਕੇ ਸੇਵਾ ਕਰਨੀ। ਇਹ ਬੰਬੇ ਦੀ ਘਟਨਾ ਹੈ। ਤੇ ਉਹਦੇ ਨਾਲ ਇੱਕ ਬੀਬੀ ਨੇ ਆਣ ਕੇ ਰੋਜ਼ ਸੇਵਾ ਕਰਵਾਇਆ ਕਰਨੀ। ਜਦੋਂ ਕਿਤੇ ਅਗਰਾਈ ਦਾ ਜਾਂ ਕੋਈ ਹੋਰ ਸਮਾਂ ਆਉਣਾ ਤੇ ਉਸ ਮਾਤਾ ਦੇ ਨਾਲ ਉਸ ਬੀਬੀ ਨੇ ਸਹਾਇਤਾ ਕਰਨੀ, ਤੇ ਮਾਤਾ ਦੇ ਉੱਤੇ ਕਿਰਪਾ ਕਰ ਦਿੱਤੀ, ਜਿਵੇਂ 6ਵੇਂ ਪਾਤਸ਼ਾਹ ਜੀ ਨੇ ਮਾਤਾ ਭਾਗ ਭਰੀ ਤੇ ਕੀਤੀ ਸੀ। ਉਹ ਵੀ 6ਵੇਂ ਪਾਤਸ਼ਾਹ ਦੇ ਦਰ ਘਰ ਦੀ ਸਾਧ ਸੰਗਤ ਸੇਵਾ ਕਰਦੀ ਆ, ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਉਹ ਦਿਵ ਦ੍ਰਿਸ਼ਟੀ ਵਾਲੀ ਬਣੀ। ਤੇ ਇੱਕ ਦਿਨ ਉਹ ਬੀਬੀ ਜਿਹੜੀ ਉਹਦੇ ਨਾਲ ਸਹਾਇਤਾ ਕਰਦੀ ਸੀ ਸੇਵਾ ਵਿੱਚ, ਉਹ ਮੱਥਾ ਟੇਕਣ ਵਾਸਤੇ ਤੁਰੀ ਆਉਂਦੀ ਆ, ਤੇ ਉਹਦੇ ਪਿੱਛੇ ਮਾਤਾ ਨੇ ਵੇਖਿਆ ਵੀ ਇੱਕ ਕਾਲੇ ਰੰਗ ਵਾਲਾ, ਕਾਲੇ ਕੱਪੜਿਆਂ ਵਾਲਾ ਬੜਾ ਭਿਆਨਕ ਜਿਹਾ ਸਰੂਪ ਤੁਰਿਆ ਆਉਂਦਾ। ਤੇ ਮਾਤਾ ਨੇ ਉਹਨੂੰ ਉੱਥੋਂ ਪੁੱਛਿਆ, ਭਾਈ ਤੂੰ ਕੌਣ ਹੈ? ਉਹ ਕਹਿਣ ਲੱਗਾ, ਮਾਤਾ ਜੀ ਮੈਂ ਅਧਰੰਗ ਹਾਂ। ਤੇ ਕਹਿੰਦੇ ਬੀਬੀ ਦੇ ਪਿੱਛੇ ਤੁਰਿਆ ਆਉਣਾ। ਕਹਿੰਦਾ ਜੀ ਬਸ ਕਰਮਾਂ ਦੀ ਗਤੀ ਅਨੁਸਾਰ ਇਹਦਾ ਸਮਾਂ ਹੋਣ ਹੀ ਵਾਲਾ ਹੈ, ਇਹ ਮੱਥਾ ਟੇਕ ਕੇ ਬਾਹਰ ਆਵੇਗੀ ਤੇ ਮੈਂ ਇਹਨੂੰ ਲੱਗ ਜਾਵਾਂਗਾ, ਇਹਨੂੰ ਅਧਰੰਗ ਦਾ ਰੋਗ ਲੱਗੇਗਾ, ਉਹਦੇ ਨਾਲ ਇਹ ਮਰੇਗੀ। ਤੇ ਉਸ ਮਾਤਾ ਨੇ ਆਖਿਆ ਵੀ ਇਹਨੇ ਤੇ ਬੜੀ ਸੇਵਾ ਕੀਤੀ ਹੈ, ਇਹ ਤੇ ਸੇਵਾ ਕਰਦੀ ਮੇਰੇ ਨਾਲ, ਤੇ ਫਿਰ ਇਹ ਅਧਰੰਗ ਦੇ ਰੋਗ ਨਾਲ ਮਰ ਗਈ ਤੇ ਬਾਕੀ ਸੇਵਾ ਕੌਣ ਕਰੇਗਾ? ਫਿਰ ਲੋਕਾਂ ਦਾ ਤੇ ਨਿਸ਼ਚੈ ਰੱਬ ਤੋਂ ਉੱਠ ਜਾਵੇਗਾ। 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਹਨੂੰ ਇਸ ਰੋਗ ਤੋਂ ਬਚਾਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕਿਰਪਾ ਕੀਤੀ, ਕਿਉਂਕਿ ਅੰਦਰ ਗਿਆਨ ਸੀ, ਚਾਨਣ ਸੀ। ਤੇ ਉਹ ਮਾਤਾ ਜਾਣ ਗਈ ਵੀ ਇਹ ਰੋਗ ਇਹਨੂੰ ਕਿਹੜੇ ਕਰਮ ਦਾ ਕਰਕੇ ਲੱਗਣ ਲੱਗਾ ਹੈ। ਤੇ ਮਹਾਰਾਜ ਨੇ ਆਖਿਆ ਵੀ ਮਾਤਾ ਜੀ ਇਹ ਇਹਦੇ ਕੀਤੇ ਕਰਮਾਂ ਦਾ ਫਲ ਹੈ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣਿਆ ਜਿਨ ਦਾਤਾ ਦੀਏ, ਕਿਸ ਕਾ ਦੋਸ ਦੇਹ ਤੂੰ ਪ੍ਰਾਣੀ ਸਭ ਆਪਣਾ ਕੀਆ ਕਰਾਰਾ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਆਪਣੇ ਕਰਮਾਂ ਦਾ ਹੀ ਫਲ ਹੈ ਮਾਤਾ ਜੀ, ਇਹਨੂੰ ਲੱਗਣਾ, ਇਹਦੇ ਆਪਣੇ ਕਰਮ ਨੇ। ਮਹਾਰਾਜ ਕਿਹੋ ਜਿਹਾ ਕੋਈ ਭੈੜਾ ਕਰਮ ਹੋ ਗਿਆ? ਉਹ ਕਿਹੜਾ ਕਰਮ ਹੈ ਜਿਹਦੇ ਕਰਕੇ ਅਧਰੰਗ ਦਾ ਰੋਗ ਲੱਗ ਕੇ ਇਹਦੀ ਮੌਤ ਹੋਵੇਗੀ? ਮਹਾਰਾਜ ਕਹਿਣ ਲੱਗੇ ਇਹਨੂੰ ਪੁੱਛ ਲੈ ਭਾਈ ਇਹਨੇ ਕਿੰਨੇ ਰਤਾਣੇ ਜੀਵਾਂ ਦਾ ਘਾਤ ਕੀਤਾ ਸਿਰਫ ਆਪਣੀ ਰਸਨਾ ਦੇ ਸਵਾਦ ਬਦਲੇ। ਉਹ ਇਹਦਾ ਕਰਮਾਂ ਦਾ ਜਿਹੜਾ ਫਲ ਸੀ ਕਾਲੇ ਭੁੱਪ ਹਨੇਰੇ ਦੀ ਤਰ੍ਹਾਂ ਇਹਦੇ ਪਿੱਛੇ ਲੱਗ ਗਿਆ, ਤੇ ਹੁਣ ਉਹਦੇ ਕਰਕੇ ਇਹਨੂੰ ਰੋਗ ਲੱਗਣਾ। ਮਹਾਰਾਜ ਤੁਸੀਂ ਕਿਰਪਾ ਕਰੋ, ਇਹਨੇ ਤੇ ਸੇਵਾ ਕੀਤੀ ਤੁਹਾਡੇ ਦਰ ਘਰ ਦੀ, ਪਹਿਲਾਂ ਹੀ ਸੇਵਾ ਵਾਸਤੇ ਕੋਈ ਨਹੀਂ ਤੁਰਦਾ, ਜੇ ਇਹਨੂੰ ਵੀ ਅਧਰੰਗ ਹੋ ਗਿਆ ਮਹਾਰਾਜ ਫਿਰ ਤੇ ਸੇਵਾ ਵਾਸਤੇ ਆਵੇਗਾ ਹੀ ਕੋਈ ਨਹੀਂ, ਮੇਰੀ ਬੇਨਤੀ ਕਿਰਪਾ ਕਰੋ। ਤੇ ਸਾਧ ਸੰਗਤ ਜਦੋਂ ਰੱਬ ਦੇ ਪਿਆਰੇ ਰੱਬ ਨੂੰ ਕੋਈ ਬੇਨਤੀ ਕਰਨ ਕਹਿੰਦੇ ਨੇ, ਜੋ ਜੋ ਚਿਤ ਹੈ ਭਗਤ ਜਨ ਸੋ ਲੇਤਾ ਮਾਨ। ਰੱਬ ਦੇ ਪਿਆਰਿਆਂ ਕੋਈ ਬੇਨਤੀ ਕਰ ਦਿੱਤੀ, ਉਹਨੂੰ ਮੰਨਣੀ ਪੈਂਦੀ ਆ। ਮੇਰੀ ਬਾਂਧੀ ਭਗਤ ਛਡਾਵੇ, ਬਾਂਧਿਆ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋਗਾ ਬਾਂਧਿਆ ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਮਹਾਰਾਜ ਕਹਿੰਦੇ ਨੇ ਮੇਰੀ ਬੱਧੀ ਨੂੰ ਤੇ ਭਗਤ ਛਡਾ ਸਕਦਾ ਹੈ, ਤੇ ਭਗਤ ਨੂੰ ਕਿਸੇ ਨੇ ਬੰਨ੍ਹ ਦਿੱਤਾ ਤੇ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ ਜੇ ਫਿਰ ਮੈਂ ਛਡਾ ਸਕਾਂ। ਇਹੋ ਜਿਹਾ ਵੀ ਸਮਾਂ ਆ ਜਾਵੇ ਵੀ ਮੈਨੂੰ ਵੀ ਪ੍ਰੇਮ ਰੂਪ ਰੱਸੀ ਵਿੱਚ ਭਗਤ ਬੰਨ੍ਹ ਲੈਣ ਤੇ ਮੇਰੇ ਕੋਲੇ ਕੋਈ ਜਵਾਬ ਨਹੀਂ ਹੈ। 5ਵੇਂ ਪਾਤਸ਼ਾਹ ਜੀ ਨੇ ਕਰਕੇ ਵਿਖਾ ਦਿੱਤੀਆਂ ਸਾਨੇ ਪੰਕਤੀਆਂ ਸਫਲੀਆਂ। ਲਾਹੌਰ ਦੇ ਰਹਿਣ ਵਾਲਾ ਸੀ ਬੁੱਧੂ ਸ਼ਾਹ, ਜਿਹਨੇ ਕਰਜ਼ਾ ਚੁੱਕ ਕੇ ਸਾਧ ਸੰਗਤ ਆਵਾ ਪਕਾਇਆ ਸੀ, ਤੇ ਮੁੜ ਕੇ 5ਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣੀ ਘਰ ਵਾਲੀ ਦੇ ਕਹਿਣ ਤੇ, ਕਿਉਂਕਿ ਚੰਗੇ ਸੁਭਾਅ ਦੀ ਸੀ, ਨੇਕ, ਉਹਨੇ ਆਖਿਆ ਸੀ ਭਲਿਆ ਲੋਕਾ 5ਵੇਂ ਪਾਤਸ਼ਾਹ ਨੂੰ ਬੇਨਤੀ ਕਰ ਜਿੰਨਾ ਕਰਜ਼ਾ ਚੁੱਕ ਕੇ ਲਾਤਾ ਹੀ ਆਵੇ, ਤੇ ਜੇ ਇਹ ਸਫਲਾ ਨਾ ਹੋਇਆ ਤੇ ਸਾਰੀ ਉਮਰ ਕਰਜ਼ਾ ਨਹੀਂ ਉਤਰਨਾ। ਹੁਣ ਹਜ਼ੂਰ ਨੂੰ ਜਾ ਕੇ ਬੇਨਤੀ ਕਰ ਲਾ ਵੀ ਆਵਾ ਪੱਕਾ ਨਿਕਲ ਆਵੇ ਤਾਂ ਆਪਣਾ ਕਰਜ਼ਾ ਲੱਥੇਗਾ, ਤੇ ਕਰਜ਼ਾ ਲਾਉਣ ਤੋਂ ਬਾਅਦ ਕੁਝ ਮਾਇਆ ਵੀ ਹੱਥ 'ਚ ਆਵੇਗੀ।
ਆਣ ਕੇ ਅੰਮ੍ਰਿਤਸਰ ਬੇਨਤੀ ਕੀਤੀ ਤੇ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ ਭਾਈ ਸੰਗਤਾਂ ਨੂੰ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਘਰੇ ਲਿਜਾ ਕੇ ਪ੍ਰਸ਼ਾਦਾ ਛਕਾ। ਉਹ ਸੰਗਤ ਅਰਦਾਸ ਕਰਦੇ ਕਿ ਭਾਈ ਬੁੱਧੂ ਤੇਰਾ ਆਵਾ ਪੱਕਾ ਹੀ ਨਿਕਲੇਗਾ। ਤੇ ਆਪਾਂ ਸਾਰੇ ਇਤਿਹਾਸ ਤੋਂ ਸਾਧ ਸੰਗਤ ਜਾਣੂ ਲਾਹੌਰ ਵਿੱਚੋਂ ਸਾਰੀਆਂ ਸੰਗਤਾਂ ਇਕੱਤਰ ਕਰਕੇ ਭਾਈ ਬੁੱਧੂ ਨੇ ਪ੍ਰੇਮੀ ਸੀ ਗੁਰੂ ਘਰ ਦਾ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦੇ ਦੀ ਸਮਾਪਤੀ ਹੋਣ ਲੱਗੀ ਸੀ ਤੇ ਸਾਧ ਸੰਗਤ ਉਸ ਵੇਲੇ ਗੁਰੂ ਦਾ ਪਿਆਰਾ ਇੱਕ ਸਿੱਖ ਆ ਗਿਆ ਦਰਵਾਜ਼ੇ ਤੇ ਕਹਿਣ ਲੱਗਾ ਵੀ ਮੈਨੂੰ ਤੇ ਹੁਣ ਪਤਾ ਲੱਗਾ ਤੇਰੇ ਘਰੇ ਸੰਗਤ ਹੋ ਰਹੀ ਅੱਜ ਮੈਂ ਵੀ ਪ੍ਰਸ਼ਾਦਾ ਛਕਣਾ। ਤੇ ਭਾਈ ਬੁੱਧੂ ਨੇ ਆਖਿਆ ਤੂੰ ਹੁਣ ਭਾਈ ਵਿੱਚ ਵਿਘਨ ਨਾ ਪਾ ਹੁਣ ਹੱਥ ਧਵਾ ਦਿੱਤੇ ਤੇ ਅਰਦਾਸ ਹੋਣ ਲੱਗੀ ਪਹਿਲਾਂ ਮੇਰੇ ਆਵੇ ਦੀ ਅਰਦਾਸ ਹੋ ਲੈਣ ਦੇ ਫਿਰ ਪ੍ਰਸ਼ਾਦਾ ਛਕਾਵਾਂਗਾ। ਉਹ ਕਹਿਣ ਲੱਗਾ ਮੈਨੂੰ ਭੁੱਖ ਬੜੀ ਲੱਗੀ ਐ ਤੇ ਅਰਦਾਸ ਹੁੰਦਿਆਂ ਤੇ ਟਾਈਮ ਲੱਗਣਾ ਤੇ ਮੈਨੂੰ ਤੂੰ ਐਂ ਕਰ ਇੱਕ ਪ੍ਰਸ਼ਾਦਾ ਦੇ ਦੇ ਦਾਲ ਪਾ ਕੇ ਬਸ ਮੈਂ ਪਾਸੇ ਬਹਿ ਕੇ ਛਕ ਲੈਣਾ। ਉਹ ਕਹਿੰਦਾ ਹੁਣ ਤੂੰ ਮੈਨੂੰ ਬਿਲਕੁਲ ਬੁਲਾ ਨਾ ਪਹਿਲਾਂ ਅਰਦਾਸ ਹੋ ਲੈਣ ਦੇ। ਉਹਨੇ ਆਖਿਆ ਐਂ ਗੱਲ ਕਰ ਵੀ ਚੱਲ ਇੱਕ ਪ੍ਰਸ਼ਾਦੇ ਤੇ ਦਾਲ ਪਾ ਕੇ ਬਾਹਰ ਹੀ ਦਰਵਾਜ਼ੇ 'ਚ ਲਿਆ ਦੇ ਮੈਂ ਇੱਥੋਂ ਖਾ ਕੇ ਮੁੜ ਜਾਣਾ। ਭਾਈ ਬੁੱਧੂ ਮੰਨਿਆ ਨਾ। ਜਿਸ ਵੇਲੇ ਸਾਧ ਸੰਗਤਾਂ ਅੰਦਰ ਅਰਦਾਸ ਹੋਈ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰੋ ਤੁਹਾਡੇ ਸਿੱਖ ਨੇ ਤੁਹਾਡੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਮਨ ਦੀ ਤਮੰਨਾ ਵੀ ਇਹਦਾ ਆਵਾ ਪੱਕਾ ਨਿਕਲੇ। ਤੇ ਸਾਧ ਸੰਗਤ ਜਦੋਂ ਸੰਗਤ ਨੇ ਆਖਿਆ ਪੱਕਾ ਨਿਕਲੇ ਤੇ ਇੱਧਰ ਉਹਨੇ ਦਰਵਾਜ਼ੇ 'ਚ ਖੜੇ ਨੇ ਕਹਿਤਾ ਵੀ ਕਿੱਦਾਂ ਪੱਕਾ ਨਿਕਲੇਗਾ ਇਹ ਤੇ ਕੱਚਾ ਹੀ ਰਹਿਣਾ। ਸਾਧ ਸੰਗਤ ਜਦੋਂ ਮੁੜ ਕੇ ਉਹਨੇ ਖੋਲਿਆ ਆਵਾ ਜਦੋਂ ਆ ਕੇ ਮੱਠੀ ਪਈ ਆਵਾ ਖੋਲ ਕੇ 3 ਇੱਟਾਂ ਬਾਹਰ ਕੱਢੀਆਂ। ਇਤਿਹਾਸ ਕਹਿੰਦਾ ਜਦੋਂ ਪਹਿਲੀ ਕੱਢੀ ਤੇ ਪਿੱਲੀ ਜਦੋਂ ਦੂਜੀ ਕੱਢੀ ਤੇ ਮੱਥਾ ਫੜ ਕੇ ਬਹਿ ਗਿਆ। ਫਿਰ ਤੀਜੀ ਕੱਢੀ ਹੌਸਲੇ ਨਾਲ ਖੌਰੇ ਅੱਗੇ ਆ ਕੇ ਨੇ ਸੇਕ ਦਿੱਤਾ ਹੋਵੇ ਜਦੋਂ ਤੀਜੀ ਵੀ ਕੱਚੀ ਤੇ ਝੂਰਦਾ ਹੋਇਆ ਆਪਣੇ ਘਰੇ ਆ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਵੀ ਆਪਾਂ ਨੂੰ ਤੇ ਹੁਣ ਲਾਹੌਰ ਛੱਡ ਕੇ ਭੱਜਣਾ ਪਏਗਾ ਲੋਕਾਂ ਦੇ ਪੈਸੇ ਕਿੱਥੋਂ ਲਾਉਣੇ ਆਵਾ ਕੱਚਾ ਨਿਕਲ ਆਇਆ। ਉਹ ਕਹਿੰਦੀ ਮੈਂ ਮੰਨ ਨਹੀਂ ਸਕਦੀ। ਪੰਜਵੇਂ ਪਾਤਸ਼ਾਹ ਨੇ ਆਖਿਆ ਹੋਵੇ ਸੰਗਤ ਨੂੰ ਪ੍ਰਸ਼ਾਦਾ ਛਕਾਈ ਸੰਗਤ ਅਰਦਾਸ ਕਰੇ ਤੇ ਆਵਾ ਪੱਕਾ ਨਿਕਲੇ ਤੇ ਕੱਚਾ ਨਿਕਲ ਆਵੇ ਹੋ ਨਹੀਂ ਸਕਦਾ। ਉਹ ਕਹਿੰਦਾ ਹੋ ਗਿਆ ਆ 3 ਇੱਟਾਂ ਵੇਖ ਲੈ ਕੱਚੀਆਂ ਤੇ ਹੁਣ ਕਿੱਧਰ ਨੂੰ ਜਾਵਾਂਗੇ। ਉਹ ਕਹਿੰਦੀ ਤੂੰ ਦਿਲ ਨਾ ਛੱਡ ਉਹ ਬੜੇ ਸਮਰੱਥ ਹੈ। ਫਿਰ ਇੱਕ ਵਾਰੀ ਪੈਂਡਾ ਕਰ ਚੱਲ ਅੰਮ੍ਰਿਤਸਰ ਜਾ ਕੇ ਮਹਾਰਾਜ ਨੂੰ ਬੇਨਤੀ ਕਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੇਗਾ ਜ਼ਰੂਰ ਹੱਲ ਨਿਕਲ ਆਵੇਗਾ। ਆਇਆ ਅੰਮ੍ਰਿਤਸਰ ਆਣ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਬਚਨ ਕੀਤਾ ਸੀ ਆਵਾ ਪੱਕਾ ਨਿਕਲੇਗਾ। ਮਹਾਰਾਜ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਸਾਰੀ ਉਮਰ ਕਰਜ਼ਾ ਲਾਉਂਦਾ ਮਰ ਜਾਗਾ ਆਵਾ ਤੇ ਕੱਚਾ ਨਿਕਲ ਆਇਆ। ਮਹਾਰਾਜ ਕਹਿੰਦੇ ਭਾਈ ਤੈਨੂੰ ਆਖਿਆ ਸੀ ਭਾਈ ਬੁੱਧੂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਸੀ। ਕਹਿੰਦਾ ਮਹਾਰਾਜ ਸਾਰਿਆਂ ਨੂੰ ਛਕਾਇਆ। ਫਿਰ ਸੰਗਤ ਨੇ ਅਰਦਾਸ ਕੀਤੀ ਕਹਿੰਦਾ ਜੀ ਕੀਤੀ। ਮਹਾਰਾਜ ਕਹਿੰਦੇ ਕੋਈ ਸਿੱਖ ਰਹਿ ਗਿਆ ਹੋਵੇ ਪ੍ਰਸ਼ਾਦੇ ਵਾਲਾ। ਕਹਿੰਦਾ ਮਹਾਰਾਜ ਰਹਿ ਤਾਂ ਉਦਾਂ ਕੋਈ ਨਹੀਂ ਗਿਆ ਹਾਂ ਇੱਕ ਸਿੱਖ ਆਪ ਹੀ ਲੇਟ ਆਇਆ ਸੀ ਉਹਨੂੰ ਨਹੀਂ ਮੈਂ ਪ੍ਰਸ਼ਾਦਾ ਛਕਾਇਆ। ਮਹਾਰਾਜ ਕਹਿੰਦੇ ਉਹਨੇ ਕੀ ਆਖਿਆ ਦੱਸਿਆ ਜੀ। ਉਹ ਕਹਿੰਦਾ ਸੀ ਇੱਕ ਪ੍ਰਸ਼ਾਦੇ ਤੇ ਦਾਲ ਪਾ ਕੇ ਦਰਵਾਜ਼ੇ 'ਚ ਹੀ ਫੜਾ ਦੇ ਮੈਂ ਇੱਥੋਂ ਹੀ ਖਾ ਕੇ ਮੁੜ ਜਾਂਦਾ ਭੁੱਖ ਬੜੀ ਲੱਗੀ ਆ। ਮਹਾਰਾਜ ਮੈਂ ਉਹਨੂੰ ਆਖਿਆ ਪਹਿਲਾਂ ਅਰਦਾਸ ਹੋ ਲੈਣ ਦੇ ਵਿਘਨ ਨਾ ਪਾ ਬਾਅਦ 'ਚ ਦੇਵਾਂਗਾ। ਮਹਾਰਾਜ ਜਿਸ ਵੇਲੇ ਅਰਦਾਸ ਹੋਈ ਉਹਨੇ ਆਹ ਬਚਨ ਕੀਤਾ ਸੀ। ਸੱਚੇ ਪਾਤਸ਼ਾਹ ਕਹਿੰਦੇ ਬਸ ਫਿਰ ਉਹਦੀ ਰਸਨਾ ਤੇ ਅਸੀਂ ਆਪ ਬੈਠੇ ਸਾਂ ਤੇ ਸਿੱਖ ਦਾ ਅਸੀਂ ਵਚਨ ਨਹੀਂ ਮੋੜ ਸਕਦੇ। ਮਹਾਰਾਜ ਕਿੱਥੇ ਸਿੱਖ ਕਿੱਥੇ ਤੁਸੀਂ ਕਹਿੰਦੇ ਜੇ ਪੱਕਾ ਨਿਕਲੇ ਤੇ ਸਿੱਖ ਕਹਿੰਦਾ ਕੱਚਾ ਸਿੱਖ ਵੱਡਾ ਕਿ ਤੁਸੀਂ। ਮਹਾਰਾਜ ਕਹਿੰਦੇ ਨੇ ਮੇਰੀ ਬੰਦੀ ਭਗਤ ਛਡਾਵੈ ਬੰਦਾ ਭਗਤ ਨਾ ਛੁਟੈ ਮੋਹ। ਮਹਾਰਾਜ ਕਹਿੰਦੇ ਭਾਈ ਭਗਤਾਂ ਦੀ ਰਸਨਾ ਤੇ ਅਸੀਂ ਆਪ ਹੀ ਬੈਠੇ ਆਪਣੇ ਵਚਨ ਨੂੰ ਤਾਂ ਅਸੀਂ ਮੋੜ ਲਵਾਂਗੇ ਪਰ ਆਪਣੇ ਪਿਆਰੇ ਦੇ ਵਚਨ ਨੂੰ ਅਸੀਂ ਵਿਅਰਥ ਨਹੀਂ ਜਾਣ ਦੇਣਾ। ਤੇ ਮਹਾਰਾਜ ਫਿਰ ਮੈਂ ਜਿਹੜਾ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਉਹ ਕਿੱਥੇ ਜਾਊ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਬੁੱਧੂ ਖਾਲੀ ਉਹ ਵੀ ਨਹੀਂ ਜਾਂਦਾ। ਜੇ ਤੂੰ ਗੁਰੂ ਕੇ ਸਿੱਖਾਂ ਦੇ ਚਰਨ ਪਵਾਏ ਘਰ ਤੇ ਖਾਲੀ ਉਹ ਵੀ ਨਹੀਂ ਜਾਣਗੇ। ਹੁਣ ਸਿੱਖ ਨੇ ਕਹਿਤਾ ਕੱਚਾ ਆਵਾ ਤੇ ਕੱਚਾ ਹੀ ਰਹੂਗਾ ਪਰ ਵਿਗ ਪੱਕਿਆਂ ਦੇ ਭਾਅ ਜਾਵੇਗਾ। ਤੇ ਆਪਾਂ ਨੂੰ ਪਤਾ ਸਾਧ ਸੰਗਤ ਕਿਲੇ ਦੀ ਕੰਧ ਡਿੱਗ ਪਈ ਤੇ ਉਹ ਬੁੱਧੂ ਸ਼ਾਹ ਦੀਆਂ ਇੱਟਾਂ ਪੱਕਿਆਂ ਦੇ ਭਾਅ ਵੇਖੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਾਧ ਸੰਗਤ ਬਚਨ ਇਹ ਫਰਮਾਨ ਸੰਤਾਂ ਦੀ ਨਿਸ਼ਾਨੀ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਵੰਦਰ ਵੈਰਣ ਹੈ ਦਇਆਲੰ ਸਰਬਤਰ ਜੀਆ ਪੰਜ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾਨ ਹੈ ਸਰੋਤ ਸਰਵਣ ਆਪ ਤਿਆਗ ਸਗਲ ਰੇਣਕ ਹੈ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਆ 6 ਨਿਸ਼ਾਨੀਆਂ ਜੇ ਜਿਹਦੇ ਉੱਤੇ ਤੇ ਇਹ ਢੁਕਦੀਆਂ ਹੋਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਜਿਹੜਾ ਇਹੋ ਜਿਹਾ ਸੰਤ ਹੈ ਉਹਦੀ ਤੇ ਨਿੰਦਿਆ ਕਦੇ ਨਹੀਂ ਕਰਨੀ ਰਾਗੀ ਸਿੰਘ ਸੁਣਾਉਂਦੇ ਸੀ। ਤੇ ਪਰ ਜਿਹਦੇ ਉੱਤੇ ਨਿਸ਼ਾਨੀਆਂ ਨਹੀਂ ਢੁਕਦੀਆਂ ਸਿਰਫ ਬਾਣਾ ਸੰਤਾਂ ਵਾਲਾ ਪਾਈ ਫਿਰਦਾ ਉਹਦੇ ਬਾਰੇ ਵਿਚਾਰ ਸਾਧ ਸੰਗਤ ਤੁਸੀਂ ਆਪ ਕਰ ਲੈਣੀ ਹੈ। ਪਰ ਜੇ ਮੈਂ ਆਪਣੀ ਕੋਸ਼ ਬੁੱਧੀ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝਾ ਕਰਦਾ ਵੀ ਜੇ ਕਿਸੇ ਨੇ ਬਾਣਾ ਵੀ ਪਾਇਆ ਤੇ ਉਹ ਕੋਈ ਕਰਹਿਤ ਨਹੀਂ ਕਰਦਾ ਕੋਈ ਗਲਤੀ ਨਹੀਂ ਕਰਦਾ ਨਿੰਦਿਆ ਸਾਨੂੰ ਤਾਂ ਵੀ ਨਹੀਂ ਕਰਨੀ ਚਾਹੀਦੀ। ਹਾਂ ਬਾਣੇ ਨੂੰ ਲਾਜ ਲਾਉਂਦਾ ਤੇ ਫਿਰ ਗੱਲ ਵੱਖਰੀ ਹੈ ਪਰ ਜੇ ਬਾਣਾ ਸੰਤਾਂ ਵਾਲਾ ਉਹਨੇ ਪਾ ਲਿਆ ਤੇ ਉਂਝ ਕੋਈ ਸਾਧ ਸੰਗਤ ਉਪੱਦਰ ਨਹੀਂ ਕਰਦਾ ਤੇ ਉਹਦੀ ਮਰਜ਼ੀ ਹੈ ਪਾਈ ਫਿਰੇ ਪ੍ਰਚਾਰ ਹੀ ਕਰੂਗਾ ਨਿੰਦਿਆ ਤਾਂ ਨਹੀਂ ਕਰਨੀ ਬਣਦੀ ਸਾਨੂੰ। ਤੇ ਜਿਹੜਾ ਪੂਰਾ ਹੈ ਜਿਹਦੇ ਉੱਤੇ ਸਾਰੀਆਂ ਨਿਸ਼ਾਨੀਆਂ ਢੁਕਦੀਆਂ ਉਹਦੀ ਨਿੰਦਿਆ ਸਾਧ ਸੰਗਤ ਨਰਕਾਂ ਦਾ ਦਰਵਾਜ਼ਾ ਖੋਲ ਦੇਵੇਗੀ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ
है तां साध संगत साधु बिरले। थोड़े दिन पहला बाबा जी ने बचन किया सी, मौज में आण के कहण लगे, कहंदे भी साधुआं दा काल पै गया, है नहीं इत्थे किते साधु। सो सच्चे पातशाह जी की कृपा सदका है तां साध संगत हैन बिरले नाही घणे, फैल फक्कड़ संसार। कहंदे हैगे तां नहीं बहुते, हुंदे तां थोड़े थोड़े ही, जग मैं उत्तम काढिया है बिरले कई के। पर जिहड़े साध संगत हैगे ने उन्हां दी निंदिया कदी नहीं करनी चाहिए। उन्हां दे दर्शन कीते साध संगत महाराज सच्चे पातशाह जी की खुशी हुंदी है। उन्हां दे बचन सुन तो, उन्हां दी संगत करन तो साध संगत सतगुर सच्चे पातशाह जी की कृपा सदका रब दा प्यार मन विच आउंदा है ते उस प्यार दे बदले साध संगत साडा जन्म सफला हो जाएगा। संत बाबा ठाकुर सिंह जी महापुरुष मुखी दामदमी टकसाल तुहाडे संगतां दे दर्शन करन वास्ते साध संगत महाराज सच्चे पातशाह जी दी हजूरी विच पहुंचे हन। जकारा छड़ के महापुरुषां नूं जी आया आखीए, प्यार नाल जवाब दिओ जी, बोले सो निहाल। सो एवं साध संगत जिन्हां दे उत्ते तां महाराज पंजवें पातशाह जी दे पवित्र बचनां अनुसार ये सतगुर सच्चे पातशाह जी दीआं दशियां निशानियां टुकदियां होण। बेनती कीती भाई उन्हां दी निंदिया सानूं सोभदी नहीं, उन्हां दी तां संगत कीतिआं साडा जन्म सफला होवेगा। सतगुर सच्चे पातशाह जी रहमत करन। रागी ਸਿੰਘਾਂ ਦੇ बचन सुना के गए महाराज सच्चे पातशाह जी का उपदेश। ਉਹਦੀ ਬਾਪ ਸੰਗਤ ਨਾਲ ਵਿਚਾਰ ਸਾਂਝੀ ਕੀਤੀ। ਵਿਚਾਰ ਕਰਦਿਆਂ ਤੋਂ ਸਾਧ ਸੰਗਤ ਬੇਅੰਤ ਭੁੱਲਾਂ ਜ਼ਰੂਰ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸਾਜੀ ਨਵਾਜੀ ਸੰਗਤ ਨੇ ਮਾਫ ਕਰ ਦੇਣੀ ਆ, ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ। ਲੇਖਾਂ ਕਤੇ ਨਾ ਛੁੱਟੀਆ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਾਧ ਸੰਗਤ ਇਹ ਤੁਹਾਡਾ ਬਹੁਤ ਵੱਡਾ ਉਦਮ ਹੈ, ਇਹ ਜਿਹੜਾ ਤੁਸੀਂ ਗੁਰ ਅਸਥਾਨ ਸਿੱਖੀ ਦੇ ਪ੍ਰਚਾਰ ਵਾਸਤੇ ਸਾਧ ਸੰਗਤ ਲੈ ਕੇ ਇੱਕ ਤਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕੀਤਾ ਤੇ ਦੂਸਰਾ ਮਰਿਆਦਾ ਨਾਲ ਇੱਥੇ ਸਾਰਾ ਪ੍ਰਚਾਰ ਚੱਲੇਗਾ। ਗੁਰਦੁਆਰੇ ਸਾਧ ਸੰਗਤ ਗੁਰਮਤਿ ਦਾ ਸਕੂਲ ਹੁੰਦੇ, ਬੇਨਤੀ ਕਰਦੇ ਆ ਜਿਵੇਂ ਸਕੂਲ ਵਿੱਚ ਬੱਚੇ ਨੇ ਜਾ ਕੇ ਉੱਥੋਂ ਸਾਧ ਸੰਗਤ ਸਾਧ ਸੰਗਤ ਇੱਕ ਬੇਨਤੀ ਹੋਰ ਹੁਕਮ ਹੋਇਆ ਮਹਾਂਪੁਰਸ਼ਾਂ ਵੱਲੋਂ, ਭਾਈ ਤੁਸੀਂ ਐਉਂ ਜਾਣ ਲਓ ਕਿ ਇਹ ਦਮਦਮੀ ਟਕਸਾਲ ਦੀ ਇੱਕ ਬ੍ਰਾਂਚ ਹੀ ਆ। ਬਾਬਾ ਜੀ ਨੇ ਹੁਕਮ ਕੀਤਾ ਸੀ ਜਿਹਨੂੰ ਤੁਸੀਂ ਗੁਰਮੁਖਾਂ ਪਿਆਰਿਆਂ ਨੇ ਪੂਰਾ ਕੀਤਾ ਹੈ। ਸੋ ਐਉਂ ਜਾਣ ਲਓ ਭਈ ਮਰਿਆਦਾ ਨਾਲ ਸਾਧ ਸੰਗਤ ਜਿੱਥੇ ਪ੍ਰਚਾਰ ਹੋਵੇ ਉਹ ਜਾਣ ਲਓ ਗੁਰਮਤਿ ਦਾ ਸਕੂਲ ਹੈ ਤੇ ਗੁਰਮਤਿ ਦੇ ਸਕੂਲ ਵਿੱਚੋਂ ਸਾਧ ਸੰਗਤ ਆਪਾਂ ਸਾਰਿਆਂ ਨੇ ਵਿਦਿਆਰਥੀ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਧਾਰਨ ਕਰਕੇ ਉਹਦੀ ਕਮਾਈ ਕਰਕੇ ਫਿਰ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ। ਸਮੇਂ ਦੀ ਸਾਧ ਸੰਗਤ ਦੀ ਸਮਾਪਤੀ ਹੋ ਚੁੱਕੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ, ਸਾਡੇ ਸਵਾਸ ਸਫਲੇ ਹੋਣ। ਇਹਨਾਂ ਅਰਦਾਸਾਂ ਬੇਨਤੀਆਂ ਨਾਲ ਸਮਾਪਤੀ ਹੈ ਜੀ। ਪਿਆਰ ਨਾਲ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਧ ਸੰਗਤ ਜੀ। ਹੁਣ ਅਰਦਾਸ ਹੋਵੇਗੀ ਦੀਵਾਨਾਂ ਦੀ ਸਮਾਪਤੀ ਦੀ। ਅਰਦਾਸ ਤੋਂ ਬਾਅਦ ਚੱਲ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਖੰਡ ਪਾਠ ਸਾਹਿਬ ਵਿੱਚ ਆਪਾਂ ਹੁਕਮਨਾਮਾ ਸਰਵਣ ਕਰਕੇ ਫਿਰ ਲੰਗਰ ਛਕ ਕੇ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਜੀ।